ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਅੱਜ ਆਪਾਂ ਟੌਪਿਕ ਕਰਨਾ ਜਿਹੜਾ ਉਹ ਆਪਾਂ ਮਾਡਰਨ ਹਿਸਟਰੀ ਕਰਨੀ ਹੈ। ਓਕੇ, ਅੱਜ ਆਪਣਾ ਟੌਪਿਕ ਮਾਡਰਨ ਹਿਸਟਰੀ ਦਾ ਰਹਿਣ ਵਾਲਾ। ਤਾਂ ਇਹਦੇ ਵਿੱਚੋਂ ਵੀ ਆਪਾਂ ਕਰਾਂਗੇ ਐਡਵੈਂਟ ਆਫ ਯੂਰੋਪੀਅਨਸ, ਮਤਲਬ ਕਿ ਜਿਹੜੇ ਯੂਰਪੀ ਲੋਕ ਇੰਡੀਆ ਦੇ ਉੱਤੇ ਸ਼ਾਸਨ ਕਰਨ ਆਏ ਸੀ, ਉਹਨਾਂ ਦਾ ਆਗਮਨ ਭਾਰਤ ਦੇ ਵਿੱਚ ਕਿਵੇਂ ਹੋਇਆ, ਉਹਨਾਂ ਦੀ ਕੀ ਆਪਾਂ ਨੂੰ ਦੇਣ ਆ, ਕੀ ਉਹਨਾਂ ਨੇ ਆਪਣਾ ਨੁਕਸਾਨ ਕੀਤਾ, ਉਹਨਾਂ ਦਾ ਆਉਣ ਦਾ ਇਰਾਦਾ ਕੀ ਸੀ, ਇੱਥੇ ਆ ਕੇ ਉਹਨਾਂ ਦਾ ਪਲਾਨ ਕਿਵੇਂ ਚੇਂਜ ਹੁੰਦਾ, ਉਹਨਾਂ ਦੀ ਮੋਨੋਪੋਲੀ ਕਿਵੇਂ ਹੁੰਦੀ ਆ, ਔਰ ਕੰਪਨੀ ਉਹਨਾਂ ਦੀ ਕਿਸ ਤਰ੍ਹਾਂ ਬਣਦੀ ਆ, ਔਰ ਕਿਵੇਂ ਉਹਨਾਂ ਦੀ ਕੰਪਨੀ ਦਾ ਡਿਕਲਾਈਨ ਹੋ ਕੇ ਉਸ ਤੋਂ ਬਾਅਦ ਆਪਣੇ ਕਰਾਊਨ ਰੂਲ ਆ ਜਿਹੜਾ ਯਾਨੀ ਕਿ ਮਹਾਰਾਣੀ ਸ਼ਾਸਨ ਉਹ ਸਟਾਰਟ ਹੁੰਦਾ 1857 ਦੇ ਵਿਦਰੋਹ ਤੋਂ ਬਾਅਦ। ਤਾਂ ਇਹ ਆਪਣੀ ਸਾਰੀ ਡਿਸਕਸ਼ਨ ਆ ਜਿਹੜੀ ਉਹ ਇਹ ਵੀਡੀਓਜ਼ ਦੇ ਵਿੱਚ ਚੱਲੂਗੀ। ਤਾਂ ਅੱਜ ਆਪਾਂ ਕਰ ਰਹੇ ਹਾਂ ਐਡਵੈਂਟ ਆਫ ਯੂਰੋਪੀਅਨਸ। ਇਹਨਾਂ ਦੇ ਵਿੱਚੋਂ ਆਪਾਂ ਦੇਖਾਂਗੇ ਵੀ ਕਿਹੜੇ ਕੰਟਰੀ ਇੰਡੀਆ ਦੇ ਉੱਤੇ ਸ਼ਾਸਨ ਕਰਨ ਆਏ ਸੀ, ਔਰ ਉਹਨਾਂ ਦੇ ਵਿੱਚੋਂ ਪਹਿਲਾਂ ਕਿਹੜਾ ਆਇਆ, ਲਾਸਟ ਦੇ ਉੱਤੇ ਕਿਹੜਾ ਗਿਆ, ਕਿਹਨੇ ਕਿੱਧਰ ਜਿੱਤ ਕੀਤੀ, ਉਹਨਾਂ ਦੇ ਯੁੱਧ ਕਿਹੜੇ ਹੋਏ ਨੇ, ਕਿਹੜੇ ਨੇ ਇੱਥੇ ਕਿਹੜਾ ਸਿਸਟਮ ਸ਼ੁਰੂ ਕੀਤਾ, ਕਿਹੜਾ ਸਿਸਟਮ ਖਤਮ ਕੀਤਾ। ਤਾਂ ਉਹ ਆਪਾਂ ਸਾਰਾ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਡਿਸਕਸ ਕਰਨਾ ਤੁਹਾਡੇ ਨਾਲ। ਬਾਕੀ PPSC ਦੇ ਐਗਜ਼ਾਮ ਲਏ ਨੇ, ਜਿਵੇਂ ਕਿ ਪ੍ਰਿੰਸੀਪਲ ਦਾ ਹੋ ਗਿਆ, ਐਨਾਲਿਸਟਿਕ ਦਾ ਹੋ ਗਿਆ, ਤਾਂ ਉਹਨਾਂ ਦੇ ਵਿੱਚੋਂ ਜਿਹੜੇ ਕੁਐਸਚਨ ਆਏ ਨੇ ਤੁਸੀਂ ਉਹਨਾਂ ਨੂੰ ਚੁੱਕ ਕੇ ਦੇਖ ਸਕਦੇ ਹੋ। ਵੀ ਆਪਾਂ ਤੁਹਾਨੂੰ PPSC ਲੈਵਲ ਕਿਹਾ ਸੀ, ਅਤੇ ਤੁਸੀਂ ਈਵਨ ਮੈਂ ਤੁਹਾਨੂੰ PPSC ਇਕੱਲੇ ਤੱਕ ਨਹੀਂ ਰੋਕ ਰਿਹਾ, ਤੁਸੀਂ UPSC ਦਾ ਐਗਜ਼ਾਮ ਵੀ ਈਵਨ ਚੱਕ ਕੇ ਦੇਖ ਸਕਦੇ ਹੋ ਵੀ ਹਾਂ ਤੁਹਾਨੂੰ ਕਿਸ ਲੈਵਲ ਦਾ ਜਿਹੜਾ ਵੀ ਟੌਪਿਕ ਕਰਵਾਇਆ ਗਿਆ ਕਿਹੜੇ ਲੈਵਲ ਦਾ ਕਰਵਾਇਆ ਜਾ ਰਿਹਾ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਹਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਸਬਸਕ੍ਰਾਈਬ ਕਰ ਲਿਓ, ਔਰ ਨਾਲ ਦੀ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ, ਤਾਂ ਜੋ ਜਦ ਕੋਈ ਨਵੀਂ ਵੀਡੀਓ ਅਪਡੇਟ ਕਰੀਏ ਦੈਨ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ। ਤਾਂ ਤੁਸੀਂ ਕਾਪੀ ਪੈਨ ਆਪਣਾ ਹੁਣ ਨਾਲ ਲੈ ਕੇ ਬੈਠਣਾ, ਠੀਕ ਆ, ਕਿਉਂਕਿ ਬਹੁਤ ਪੁਆਇੰਟ ਇਹੋ ਜਿਹੇ ਹੋਣਗੇ ਤੁਹਾਨੂੰ ਜਿਹੜੇ ਤੁਹਾਡੇ ਲਈ ਬਿਲਕੁਲ ਨਵੇਂ ਹੋਣਗੇ। ਤਾਂ ਤੁਸੀਂ ਉਹ ਚੀਜ਼ਾਂ ਨੂੰ ਨੋਟ ਕਰਦੇ ਚੱਲਣਾ, ਤਾਂ ਜੋ ਤੁਹਾਡਾ ਇਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਰਿਵੀਜ਼ਨ ਕਰਨੀ ਹੋਵੇ ਤਾਂ ਉਦੋਂ ਤੁਹਾਡਾ ਕੋਈ ਪੁਆਇੰਟ ਆ ਜਿਹੜਾ ਉਹ ਸਕਿਪ ਨਾ ਹੋਵੇ। ਓਕੇ, ਕਿਉਂਕਿ ਰਿਵੀਜ਼ਨ ਦੇ ਬਿਨਾਂ ਤਾਂ ਤੁਸੀਂ ਕੁਛ ਮਰਜ਼ੀ ਕਿੰਨਾ ਮਰਜ਼ੀ ਪੜ੍ਹ ਲਓ ਨਾ, ਉਹ ਮਤਲਬ ਤੁਹਾਡੇ ਕੰਮ ਨਹੀਂ ਆਉਣਾ। ਤਾਂ ਹੁਣ ਦੇਖੋ ਆਪਾਂ ਗੱਲ ਕਰਦੇ ਹਾਂ ਐਡਵੈਂਟ ਆਫ ਯੂਰੋਪੀਅਨਸ। ਤੁਸੀਂ ਕੋਈ ਵੀ ਈਵਨ ਐਗਜ਼ਾਮ ਦੇਣਾ, PPSC ਆ ਜਾਂ ਫਿਰ UPSC ਆ ਜਾਂ ਫਿਰ SSC ਆ ਜਾਂ ਕੋਈ ਕਿਸੇ ਸਟੇਟ ਲੈਵਲ ਦਾ ਐਗਜ਼ਾਮ ਆ, ਅਗਰ ਤੁਹਾਨੂੰ ਹਿਸਟਰੀ ਹੈ, ਮਾਡਰਨ ਹਿਸਟਰੀ ਹੈ, ਤਾਂ ਉਹਦੇ ਵਿੱਚ ਤੁਹਾਨੂੰ ਇਹਦੇ ਵਿੱਚੋਂ ਕੁਐਸਚਨ ਅਕਸਰ ਦੇਖਣ ਨੂੰ ਮਿਲਣਗੇ। ਇਹਦੇ 'ਚ ਵਨ ਲਾਈਨਰ ਕੁਐਸਚਨ ਬਹੁਤ ਬਣਦੇ ਨੇ, ਜਿਵੇਂ ਕਿ ਪਹਿਲਾਂ ਯੂਰੋਪੀਅਨ ਕਿਹੜੇ ਭਾਰਤ ਦੇ ਵਿੱਚ ਆਏ ਸੀ, ਕਿਹੜੇ ਨੇ ਇੱਥੇ ਪਹਿਲੀ ਆਪਦਾ ਟ੍ਰੇਡ ਸੈਂਟਰ ਇੰਡੀਆ ਦੇ ਵਿੱਚ ਲਾਇਆ, ਕਿੱਥੇ ਲਾਇਆ, ਕਿਹੜੇ ਰਾਜੇ ਨੇ ਉਹਨਾਂ ਨੂੰ ਉਹਦਾ ਵੈਲਕਮ ਕੀਤਾ। ਤਾਂ ਹੁਣ ਦੇਖੋ, ਇਹਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਕੁ ਗੱਲਾਂ ਓਰਲੀ ਦੱਸਦਾ, ਤੁਸੀਂ ਉਹਨੂੰ ਧਿਆਨ ਨਾਲ ਸੁਣਨਾ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਸਟਰਕਚਰ ਬਣ ਜਾਊਗਾ। ਓਕੇ, ਤਾਂ ਹੁਣ ਦੇਖੋ ਜਿਹੜਾ ਸੀਗਾ ਯੂਰਪ ਦੇ ਵਿੱਚ ਤਰੱਕੀ ਵਧੀਆ ਹੋਣ ਲੱਗੀ, ਉਹਨਾਂ ਦੇ ਕੋਲੇ ਪੈਸਾ ਥੋੜ੍ਹਾ ਜਿਹਾ ਜ਼ਿਆਦਾ ਆਉਣ ਲੱਗਿਆ, ਤਾਂ ਉਹਨਾਂ ਦੇ ਕੋਲੇ ਪਾਣੀ ਠੀਕ ਸੀ, ਤਾਂ ਉਹਨਾਂ ਦੀ ਪੈਦਾਵਾਰ ਵੀ ਵਧੀਆ ਹੋਣ ਲੱਗੀ। ਤਾਂ ਉਹਨਾਂ ਨੂੰ ਮਤਲਬ ਜ਼ਿਆਦਾ ਮਸਾਲਿਆਂ ਦੀ ਲੋੜ ਪਈ, ਕਿਉਂਕਿ ਮੀਟ ਵਗੈਰਾ ਉਹ ਵੱਧ ਖਾਂਦੇ ਆ, ਤਾਂ ਉਹਨਾਂ ਨੂੰ ਜ਼ਿਆਦਾ ਮਸਾਲੇ ਸਪਾਈਸਿਸ ਦੀ ਲੋੜ ਪੈਂਦੀ ਸੀ। ਤਾਂ ਉਹਨਾਂ ਦਾ ਟ੍ਰੇਡ ਸੀਗਾ ਇੰਡੀਆ ਦੇ ਨਾਲ, ਕਿਉਂਕਿ ਉਹ ਆਪਣੇ ਕੰਟਰੀਜ਼ ਦੇ ਉੱਤੇ ਇੱਧਰਲੀਆਂ ਜਿਹੜੀਆਂ ਇੰਡੀਆ ਜਾਂ ਆਸ ਪੜੋਸ ਦੀਆਂ ਕੰਟਰੀਆਂ ਸੀ ਇਹਨਾਂ ਦੇ ਉੱਪਰ ਉਹ ਜ਼ਿਆਦਾ ਡਿਪੈਂਡ ਰਹਿੰਦੇ ਸੀਗੇ। ਤਾਂ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਉਹਨਾਂ ਦੀ ਜਿਹੜਾ ਦੋ ਤਰੀਕੇ ਸੀ ਉਹਨਾਂ ਦੇ ਕੋਲੇ ਆਉਣ ਦੇ, ਜਾਂ ਤਾਂ ਫਿਰ ਉਹ ਬਾਏ ਰੋਡ ਆ ਜਾਣ, ਠੀਕ ਆ, ਕਲਿੱਪਰ ਰੂਟ, ਜਾਂ ਫਿਰ ਉਹ ਸੀ ਰੂਟ ਦੇ ਥਰੂ ਆਉਂਦੇ ਸੀ। ਹੁਣ ਜੇ ਤਾਂ ਆਪਾਂ ਦੇਖੀਏ ਵੀ ਬਾਏ ਰੋਡ ਆਉਣਗੇ ਤਾਂ ਉਹ ਕਿਹੜੇ ਦੇਸ਼ਾਂ ਦੇ ਵਿੱਚੋਂ ਆਉਂਦੇ ਆ, ਉਹ ਉਹਨਾਂ ਨੇ ਆਉਣਾ ਸੀ, ਦੇਖੋ ਆਹ ਹੈਗਾ ਆਪਣਾ ਇੱਥੋਂ ਲੈ ਕੇ ਇੰਨਾ ਇੱਧਰ ਆਹ ਯੂਰਪ ਆ, ਠੀਕ ਆ, ਆਹ ਆਪਣਾ ਏਸ਼ੀਆ ਹੈਗਾ, ਤਾਂ ਉੱਥੋਂ ਇਹਨਾਂ ਨੂੰ ਆਹ ਦੇਸ਼ਾਂ ਦੇ ਵਿੱਚੋਂ ਦੀ ਹੋ ਕੇ ਇੱਧਰ ਦੀ ਆਉਣਾ ਪੈਂਦਾ ਸੀ। ਇਹਨੂੰ ਤਾਂ ਅਸੀਂ ਕਹਿ ਰਹੇ ਹਾਂ ਇੱਥੇ ਬਾਏ ਰੋਡ। ਤਾਂ ਇਹ ਕਿਹੜੀ ਕੰਟਰੀ ਦੇ ਵਿੱਚੋਂ ਆਊ? ਬਾਲਕਨ ਦੇਸ਼ਾਂ ਦੇ ਵਿੱਚੋਂ। ਤਾਂ ਹੁਣ ਬਾਲਕਨ ਕੰਟਰੀਜ਼ ਕਿਹੜੀਆਂ ਨੇ ਉਹਨਾਂ ਦੇ ਨਾਮ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣੇ ਆ। ਤਾਂ ਉਹ ਬਾਲਕਨ ਦੇਸ਼ਾਂ ਦੇ ਵਿੱਚੋਂ ਹੋ ਕੇ ਆਉਂਦੇ ਆ ਉਹਨਾਂ ਦੇ ਵਿੱਚੋਂ। ਅਤੇ ਇਸ ਤੋਂ ਬਾਅਦ ਉਹ ਦੂਸਰਾ ਰੂਟ ਸੀਗਾ ਉਹਨਾਂ ਦੇ ਕੋਲੇ ਸੀ ਰੂਟ, ਤਾਂ ਮਤਲਬ ਪਹਿਲਾਂ ਉਹ ਇਹਦੇ ਵਿੱਚ ਆ ਗਏ, ਫਿਰ ਇੱਥੋਂ ਦੀ ਆ ਗਏ, ਫਿਰ ਜਾਂ ਇੱਧਰ ਦੀ ਆ ਗਏ, ਠੀਕ ਆ। ਤਾਂ ਐਵੇਂ ਕਰਕੇ ਉਹਨਾਂ ਨੂੰ ਇੱਧਰ ਦੀ ਆਉਣਾ ਪੈਂਦਾ ਸੀ। ਤਾਂ ਇਹ ਦੋ ਰੂਟ ਸੀਗੇ ਉਹਨਾਂ ਦੇ ਕੋਲੇ। ਤਾਂ ਹੁੰਦਾ ਕੀ ਆ, ਤਾਂ ਰਸਤੇ ਦੇ ਵਿੱਚ ਜਿਹੜਾ ਮਤਲਬ ਹੁਣ ਆਪਾਂ ਦੇਖੋ ਸਾਰੇ ਫੈਕਟ ਨਹੀਂ ਵਿਚਲੇ ਦੇਖਣੇ ਸਾਰੇ। ਤਾਂ ਰਸਤੇ ਦੇ ਵਿੱਚ ਜਿਹੜਾ ਕਸਤੂਨੀਆ ਨਾਂ ਦਾ ਸਥਾਨ ਸੀ ਉੱਥੇ ਉਸਮਾਨੀ ਵੰਸ਼ਾਂ ਦੇ ਸੁਲਤਾਨਾਂ ਨੇ ਕਬਜ਼ਾ ਕਰ ਲਿਆ, ਤਾਂ ਕਰਕੇ ਇਹਨਾਂ ਦੀ ਜਿਹੜੀ ਸੇਫਟੀ ਸੀ ਉਹ ਬਿਲਕੁਲ ਖਤਮ ਹੋ ਗਈ। ਤਾਂ ਉਹ ਰਸਤੇ ਦੇ ਵਿੱਚੋਂ ਲੁੱਟ ਖਸੁੱਟ ਜਾਂ ਫਿਰ ਉਹਦੇ 'ਤੇ ਹੈਵੀ ਟੈਕਸ ਡਿਊਟੀ ਲਾਉਣ ਲੱਗ ਗਏ। ਤਾਂ ਇਹਨਾਂ ਨੇ ਸੋਚਿਆ ਵੀ ਆਪਾਂ ਨੂੰ ਗਰਮ ਮਸਾਲਿਆਂ ਦੀ ਲੋੜ ਤਾਂ ਹੈਗੀ ਆ, ਬਟ ਆਪਾਂ ਇੱਧਰ ਦੀ ਨਹੀਂ ਜਾ ਸਕਦੇ ਕਿਉਂਕਿ ਇੱਧਰ ਆਪਣਾ ਸਿਕਿਉਰ ਨਹੀਂ ਹੈ ਕੰਮ। ਤਾਂ ਫਿਰ ਉਹਨਾਂ ਨੂੰ ਰਸਤਾ ਲੱਭਣਾ ਪੈਣਾ ਸੀ ਹੋਰ, ਠੀਕ ਆ। ਤਾਂ ਇੱਧਰ ਦੀ ਜਿਹੜਾ ਇਹਨਾਂ ਦਾ ਪਹਿਲਾਂ ਸੀ ਰੂਟ ਸੀਗਾ, ਮੈਡੀਟੇਰੀਅਨ ਸੀ ਆਉਂਦਾ ਸੀ, ਰੈੱਡ ਸੀ, ਗਲਫ ਆਫ ਪਰਸੀਆ, ਅਰਬ ਸਾਗਰ, ਤਾਂ ਇਹ ਸੀਗਾ ਇਹਨਾਂ ਦਾ। ਤਾਂ ਫਿਰ ਇਸ ਤੋਂ ਬਾਅਦ ਦੇਖੋ ਤੁਹਾਡੇ ਕੋਲੇ ਪੁਆਇੰਟ ਆਉਂਦਾ ਪਹਿਲਾਂ। ਤਾਂ ਦੇਖੋ ਹੁਣ ਆਪਾਂ ਜਿਹੜੀ ਗੱਲ ਕਰਨੀ ਆ ਉਹ ਪਹਿਲਾਂ ਤਾਂ ਤੁਹਾਨੂੰ ਮੈਂ ਆਹ ਦੱਸਤਾ ਇੱਕ, ਫਿਰ ਇੱਕ ਇੱਧਰ ਦਾ ਹੋ ਗਿਆ,
ਤੇ ਇੱਥੇ ਆ ਸਵਿਜ ਕਨਾਲ ਵਾਲਾ ਹੋਊਗਾ। ਫਿਰ ਇਹ ਤੋਂ ਬਾਅਦ ਆ ਇੱਥੋਂ ਐਮ ਕਰਕੇ ਜਿਹੜਾ ਆਹ ਵਾਲਾ ਸਿਸਟਮ ਆਊਗਾ। ਤਾਂ ਇਹਨੂੰ ਆਪਾਂ ਸਾਰੇ ਨੂੰ ਇੱਥੇ ਦੇਖਣਾ, ਆਪਣੇ ਕਾਪੀਆਂ ਪੈਨ ਨਾਲ ਰੱਖਿਆ ਕਰੋ, ਔਰ ਈਵਨ ਹੋ ਸਕੇ ਤਾਂ ਇੱਕ ਆਪਣੇ ਕੋਲ ਪੋਲੀਟੀਕਲ ਜਾਂ ਫਿਰ ਵਰਲਡ ਮੈਪ ਵੀ ਕੋਲੇ ਰੱਖਿਆ ਕਰੋ, ਤਾਂ ਜੋ ਕੋਈ ਪੁਆਇੰਟ ਆ ਜਿਹੜਾ ਉਹ ਤੁਹਾਡਾ ਸਕਿਪ ਨਾ ਹੋਵੇ। ਹੁਣ ਦੇਖੋ ਅੱਜ ਆਪਾਂ ਗੱਲ ਕਰਨੀ ਆ ਪਹਿਲਾਂ, ਸਭ ਤੋਂ ਪਹਿਲਾਂ ਫਸਟ ਯੂਰਪੀ ਆਇਆ ਸੀਗਾ ਜਿਹੜਾ, ਤਾਂ ਪਹਿਲੇ ਹੀ ਕੁਐਸਚਨ ਬਣ ਜਾਂਦਾ ਬਈ ਫਸਟ ਯੂਰੋਪੀਅਨ ਕਿਹੜਾ ਆਇਆ ਸੀ। ਤਾਂ ਇਹਦੇ 'ਚ ਜਿਹੜਾ ਫਸਟ ਸੀਗਾ ਆਪਾਂ ਅਕਸਰ ਲਾਉਂਦੇ ਹਾਂ ਵੀ ਵਾਸਕੋ ਡੀ ਗਾਮਾ। ਨਹੀਂ, ਜੇ ਤੁਹਾਨੂੰ ਇਹ ਆ ਜੇ ਵੀ ਸਭ ਤੋਂ ਫਸਟ ਹੀ ਕਿਹੜਾ ਆਇਆ ਸੀ, ਤਾਂ ਉਹ ਆਇਆ ਸੀ ਬਾਰਥੋਲੋਮਿਓ ਡਿਆਜ਼। ਕਿਹੜਾ ਆਇਆ ਸੀ? ਬਾਰਥੋਲੋਮਿਓ ਡਿਆਜ਼। ਤਾਂ ਹੁਣ ਇਹਦਾ ਪੁਆਇੰਟ ਇਫੈਕਟ ਕੀ ਯਾਦ ਰੱਖਣਾ, ਇਹ ਆਇਆ ਸੀ 1487 ਦੇ ਵਿੱਚ। ਤਾਂ ਵੀ ਹੁਣ ਆਪਾਂ ਫਿਰ ਇਹਨਾਂ ਨੂੰ ਕਿਉਂ ਨਹੀਂ ਪੜ੍ਹਦੇ, ਆਪਾਂ ਲਿਖਿਆ ਤਾਂ ਹੈ ਕਿਉਂਕਿ ਇਹ ਪ੍ਰੋਪਰ ਆ ਨਹੀਂ ਸਕਿਆ ਸੀ, ਇਹ ਰੁਕਿਆ ਸੀ ਆਸਾ ਅੰਤਰੀਆ ਤੱਕ। ਕਿੱਥੇ ਤੱਕ ਆਇਆ ਇਹ? ਆਸਾ ਅੰਤਰੀਆ, ਅਫਰੀਕਾ ਦਾ ਅੰਤਮ ਕਿਨਾਰਾ ਸੀਗਾ, ਤੇ ਇਸੇ ਨੂੰ ਕਿਹਾ ਜਾਂਦਾ ਕੇਪ ਆਫ ਗੁੱਡ ਹੋਪ। ਦੇਖੋ ਆ ਇੰਨਾ ਕੁ ਪੁਆਇੰਟ ਤਾਂ ਉਮੀਦ ਕਰਦਾ ਵੀ ਤੁਹਾਨੂੰ ਹੁਣ ਕਲੀਅਰ ਹੋ ਗਿਆ ਹੋਊਗਾ। ਦੇਖੋ ਬੱਚੇ, ਹਿਸਟਰੀ ਨੂੰ ਆਪਾਂ ਇੱਕ ਜੇ ਇੰਟਰਸਟਿੰਗ ਤਰੀਕੇ ਦੇ ਨਾਲ ਸਮਝੀਏ ਤਾਂ ਆਪਾਂ ਨੂੰ ਇਹਦੇ ਵਰਗਾ ਈਜ਼ੀ ਸਬਜੈਕਟ ਕੋਈ ਨਹੀਂ ਲੱਗਣਾ। ਤਾਂ ਤੁਸੀਂ ਜਿਵੇਂ ਜਿਵੇਂ ਮੈਂ ਤੁਹਾਨੂੰ ਸਮਝਾਊਂਗਾ ਤੁਸੀਂ ਉਵੇਂ ਇਹਨੂੰ ਨੋਟ ਕਰਨਾ, ਉਵੇਂ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਆ, ਤਾਂ ਤੁਹਾਡਾ 100% ਇਹ ਟੌਪਿਕ ਕਲੀਅਰ ਹੋਊਗਾ। ਦੇਖੋ ਪਹਿਲਾਂ ਆਇਆ ਸੀ ਬਾਰਥੋਲੋਮਿਓ ਡਿਆਜ਼, 1487 ਦੇ ਵਿੱਚ ਆਇਆ, ਪਰ ਇਹ ਅਫਰੀਕਾ ਦੇ ਵਿੱਚ ਆਇਆ। ਤਾਂ ਦੇਖੋ ਇੱਧਰ ਦੀ ਇਹ ਆ ਤਾਂ ਰਿਹਾ ਸੀ, ਇੱਥੇ ਕਿਤੇ ਇੱਕ ਪਹੁੰਚ ਗਿਆ ਇਹ, ਠੀਕ ਆ। ਆਹ ਚੀਜ਼ ਜਿੱਥੇ ਮੈਂ ਰੈੱਡ ਕਰ ਰਿਹਾ ਨਾ ਇੱਥੇ, ਤਾਂ ਇਹ ਇੱਥੇ ਤੱਕ ਆ ਗਿਆ ਸੀ। ਇਹਨੂੰ ਕਿਹਾ ਜਾਂਦਾ ਆਸਾ ਅੰਤਰੀਆ, ਜਾਂ ਫਿਰ ਇਹਨੂੰ ਕਹਿੰਦੇ ਆ ਕੇਪ ਆਫ ਗੁੱਡ ਹੋਪ। ਆਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ। ਚਲੋ, ਤਾਂ ਇਹ ਆਇਆ ਸੀ, ਇੱਥੇ ਤੱਕ ਪਹੁੰਚ ਗਿਆ, ਪਰ ਇਹ ਇੰਡੀਆ ਦਾ ਰਸਤਾ ਲੱਭਣ ਦੇ ਵਿੱਚ ਸਕਸੈਸ ਨਹੀਂ ਮਿਲੀ ਇਹਨੂੰ। ਓਕੇ, ਤਾਂ ਇਸ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੀਤਾ, ਫਿਰ ਇਹਨਾਂ ਨੇ 1494, ਠੀਕ ਆ। ਤਾਂ 1494 ਦੇ ਵਿੱਚ ਇਹਨਾਂ ਨੇ ਭਾਰਤ ਦੀ ਖੋਜ ਦੇ ਲਈ ਇੱਕ ਹੋਰ ਬੰਦਾ ਭੇਜਿਆ, ਜਿਹਨੂੰ ਅਸੀਂ ਨਾਮ ਨਾਲ ਜਾਣਦੇ ਹਾਂ ਕੋਲੰਬਸ। ਵੈਸੇ ਤਾਂ ਨਾਮ ਤਾਂ ਲੰਬਾ ਚੌੜਾ ਕਾਫੀ ਹੋਰ ਵੀ ਅੱਗੇ, ਪਰ ਤੁਸੀਂ ਕੋਲੰਬਸ ਯਾਦ ਰੱਖਣਾ। ਤਾਂ ਇਸ ਤੋਂ ਬਾਅਦ ਇਹ ਭਾਰਤ ਦੀ ਖੋਜ ਲਈ ਨਿਕਲਿਆ ਸੀ ਕੋਲੰਬਸ, ਪਰ ਜਿਹੜਾ ਇਹਦਾ ਜਹਾਜ਼ ਸੀਗਾ ਉਹ ਕੀ ਹੋ ਗਿਆ, ਦਿਸ਼ਾ ਆਪਣੀ ਭਟਕ ਗਿਆ। ਇਹਨਾਂ ਦਾ ਜਿਹੜਾ ਜਹਾਜ਼ ਸੀ ਉਹ ਕੀ ਕਰ ਗਿਆ, ਦਿਸ਼ਾ ਭਟਕ ਗਿਆ। ਓਕੇ, ਤਾਂ ਉਹਨੇ ਫਿਰ ਇਹਨੂੰ ਹੁਣ ਹੁੰਦਾ ਕੋਲੰਬਸ ਨੇ ਕਿਹਦੀ ਖੋਜ ਕੀਤੀ, ਤਾਂ ਕੋਲੰਬਸ ਨੇ ਖੋਜ ਕੀਤੀ ਅਮਰੀਕਾ ਦੀ ਐਂਡ ਵੈਸਟ ਇੰਡੀਜ਼ ਦੀ। ਤਾਂ ਆਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਏ। ਤਾਂ ਦੇਖੋ ਪਹਿਲਾਂ ਆਇਆ ਬਾਰਥੋਲੋਮਿਓ ਡਿਆਜ਼, ਤੇ ਉਹ ਕੇਪ ਆਫ ਗੁੱਡ ਹੋਪ ਜਾਣੀ ਕਿ ਆਸਾ ਅੰਤਰੀਆ, ਅਫਰੀਕਾ ਦਾ ਲਾਸਟ ਪੁਆਇੰਟ ਆ ਕਿਨਾਰਾ ਹੈਗਾ, ਉਹਦੇ ਤੱਕ ਪਹੁੰਚਿਆ। ਫਿਰ 1494 ਦੇ ਵਿੱਚ ਇਹਨਾਂ ਨੇ ਕੋਲੰਬਸ ਨੂੰ ਤੋਰਿਆ। ਤਾਂ ਹੁਣ ਕੋਲੰਬਸ ਦੇ ਬਾਰੇ ਪੁਆਇੰਟ ਜਿਹੜੇ ਪੜ੍ਹਨ ਵਾਲੇ ਨੇ ਉਹ ਕੀ ਆਪਣੇ ਬਣਦੇ ਨੇ, ਇਹਨਾਂ ਦੇ ਬਾਰੇ ਤੁਸੀਂ ਪੁਆਇੰਟ ਧਿਆਨ ਦੇ ਵਿੱਚ ਰੱਖਣਾ ਵੀ ਇਹ ਚੱਲਿਆ ਕਿੱਥੋਂ ਸੀ। ਇਹ ਚੱਲਿਆ ਸੀ ਸਪੇਨ ਦੀ ਕੈਪੀਟਲ ਆਫ ਸਪੇਨ ਦੀ ਕੈਪੀਟਲ, ਇਹਦੀ ਕੈਪੀਟਲ ਆ ਮੈਡਰਿਡ। ਇਹ ਕਿੱਥੋਂ ਚੱਲਿਆ ਸੀ? ਮੈਡਰਿਡ ਤੋਂ ਚੱਲਿਆ ਸੀਗਾ। ਓਕੇ, ਤਾਂ ਇਹਦੀਆਂ ਸਿਪ ਕਿੰਨੀਆਂ ਸੀ ਇਹਦੇ ਕੋਲੇ? 3 ਸਿਪਸ। ਇਹ ਪੁਆਇੰਟ ਤੁਸੀਂ ਨੋਟ ਕਰ ਲੈਣੇ ਆ। ਤਾਂ ਇਹਦੇ ਕੋਲੇ 3 ਸਿਪ ਸੀਗੀਆਂ, ਉਹਨਾਂ ਦੇ ਨਾਮ ਸੀ ਨੀਨਾ, ਪਿੰਟਾ ਔਰ ਸੈਂਟਾ ਮਾਰੀਆ। ਤਾਂ ਆਹ ਤੁਸੀਂ ਇਹਨਾਂ ਦੇ ਪੁਆਇੰਟ ਨੇ ਜਿਹੜੇ ਕੋਲੰਬਸ ਨੂੰ ਲੈ ਕੇ ਧਿਆਨ ਦੇ ਵਿੱਚ ਰੱਖਣੇ ਆ। ਬਸ ਇਦੋਂ ਜ਼ਿਆਦਾ ਤੁਹਾਨੂੰ ਕੋਲੰਬਸ ਬਾਰੇ ਕਰਨ ਦੀ ਲੋੜ ਨਹੀਂ। ਕੋਲੰਬਸ 1494 ਦੇ ਵਿੱਚ ਚੱਲਿਆ ਸੀਗਾ, ਤੇ ਅਗਰ ਤੁਸੀਂ ਬਿਪਨ ਚੰਦਰ ਦੀ ਬੁੱਕ ਪੜ੍ਹਦੇ ਹੋ ਤਾਂ ਉਹਦੇ 'ਚ ਇਹਦਾ ਤੁਹਾਨੂੰ ਥੋੜ੍ਹਾ ਜਿਹਾ ਫਰਕ ਮਿਲੂਗਾ। 92 ਆਈ ਥਿੰਕ 93 ਆ ਉਹਦੇ 'ਚ। ਤਾਂ ਤੁਸੀਂ ਦੇਖੋ 1494 ਦੇ ਵਿੱਚ ਕੋਲੰਬਸ ਆ ਜਿਹੜਾ, ਤੇ ਇਹ ਚੱਲਿਆ ਸੀ ਇੰਡੀਆ ਦੀ ਖੋਜ ਦੇ ਲਈ, ਬਟ ਇਹਦਾ ਜਿਹੜਾ ਜਹਾਜ਼ ਸੀ, ਇਹਦੀ ਸ਼ਿਪ ਸੀ, ਉਹ ਰਸਤੇ ਰਾਤ ਦੇ ਦੌਰਾਨ ਦਿਸ਼ਾ ਭਟਕ ਗਈ, ਔਰ ਉਹ ਪਹੁੰਚ ਕਿੱਥੇ ਗਿਆ? ਅਮਰੀਕਾ ਐਂਡ ਵੈਸਟ ਇੰਡੀਜ਼। ਤਾਂ ਕਰਕੇ ਇਹਨੂੰ ਕਿਹਾ ਜਾਂਦਾ ਵੀ ਅਮਰੀਕਾ ਔਰ ਵੈਸਟ ਇੰਡੀਜ਼ ਦੀ ਖੋਜ ਕਿਹਨੇ ਕੀਤੀ ਆ? ਕੋਲੰਬਸ ਨੇ ਕੀਤੀ ਆ। ਔਰ ਇਹ ਕਿੱਥੋਂ ਤੁਰਿਆ ਸੀ? ਸਪੇਨ ਦੀ ਕੈਪੀਟਲ ਤੋਂ ਤੁਰਿਆ ਸੀ, ਔਰ ਇਹਦੀਆਂ ਸਪੇਨ ਦੀ ਕੈਪੀਟਲ ਸੀ ਮੈਡਰਿਡ। ਕਿੰਨੀਆਂ ਸਿਪ ਸੀ ਇਹਦੇ ਕੋਲ? 3, ਨੀਨਾ, ਪਿੰਟਾ, ਸੈਂਟਾ ਔਰ ਮਾਰੀਆ। ਤਾਂ ਆਹ ਤਾਂ ਤੁਹਾਨੂੰ ਪੁਆਇੰਟ ਇਹਦੇ ਹੋ ਗਏ ਹੋਣਗੇ ਕਲੀਅਰ।
ਤਾਂ ਇਸ ਤੋਂ ਬਾਅਦ ਇੱਕ ਤੁਸੀਂ ਹੋਰ ਧਿਆਨ 'ਚ ਰੱਖਣਾ, ਇਸ ਤੋਂ ਬਾਅਦ ਜਦੋਂ ਹੁਣ ਆਪਾਂ ਵਾਸਕੋ ਡੀ ਗਾਮਾ ਦੀ ਗੱਲ ਕਰਾਂਗੇ ਤਾਂ ਵਾਸਕੋ ਡੀ ਗਾਮਾ ਨੇ ਡਿਸਕਵਰ ਕੀਤਾ ਇੰਡੀਅਨ ਰੂਟ। ਆਪਾਂ ਪਹਿਲਾ ਪੁਆਇੰਟ ਵਾਸਕੋ ਡੀ ਗਾਮਾ ਬਾਰੇ ਯਾਦ ਰੱਖਣਾ, ਉਹਨੇ ਇੰਡੀਅਨ ਰੂਟ ਲੱਭਿਆ। ਤੇ ਜਿਹੜਾ ਇਹ ਸੀਗਾ ਆਪਣਾ ਸਪੇਨੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਠੀਕ ਆ, ਕੋਲੰਬਸ ਦੀ, ਇਹਨਾਂ ਨੇ ਅਮਰੀਕਾ ਲੱਭਿਆ। ਫਿਰ ਇਹ ਤੋਂ ਬਾਅਦ ਇੱਕ ਸੀ ਬ੍ਰਿਟਿਸ਼ ਕੈਪਟਨ ਕੁੱਕ, ਬ੍ਰਿਟਿਸ਼ ਸੀਗਾ ਉਹ ਕੈਪਟਨ ਕੁੱਕ, ਉਹਨਾਂ ਨੇ ਆਸਟ੍ਰੇਲੀਆ ਲੱਭਿਆ, ਠੀਕ ਆ। ਔਰ ਹੋਲੈਂਡ ਦਾ ਸੀਗਾ ਤਸਮਾਨ, ਉਹਨੇ ਲੱਭਿਆ ਸੀ ਡਮਨਲੈਂਡ, ਉਦੋਂ ਤਸਮਾਨੀਆ ਜਾਣੀ ਕਿ ਨਿਊਜ਼ੀਲੈਂਡ ਦੇ ਤਸਮਾਨੀਆ ਲੱਭੇ ਸੀਗੇ, ਉਹ ਹੋਲੈਂਡ ਦਾ ਸੀਗਾ। ਔਰ ਆਸਟ੍ਰੇਲੀਆ ਨੂੰ ਲੱਭਿਆ ਸੀਗਾ ਉਹ ਬ੍ਰਿਟਿਸ਼ ਦਾ ਸੀਗਾ ਕੈਪਟਨ ਕੁੱਕ। ਤਾਂ ਇਹ ਤਿੰਨੋਂ ਚਾਰੋਂ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ, ਤੁਹਾਨੂੰ ਇਹਨਾਂ ਦੇ ਵਿੱਚੋਂ ਕਿਸੇ ਚੀਜ਼ ਦਾ ਵੀ ਕੁਐਸਚਨ ਆ ਸਕਦਾ। ਆਸਟ੍ਰੇਲੀਆ ਨੂੰ ਲੱਭਣ ਵਾਲਾ ਕੌਣ ਸੀਗਾ, ਤਾਂ ਆਸਟ੍ਰੇਲੀਆ ਨੂੰ ਲੱਭਣ ਵਾਲਾ ਬ੍ਰਿਟਿਸ਼ ਸੀਗਾ ਕੈਪਟਨ ਕੁੱਕ। ਜੇ ਅਜੇ ਨਿਊਜ਼ੀਲੈਂਡ ਜਾਂ ਫਿਰ ਤਸਮਾਨੀਆ ਜਾਂ ਫਿਰ ਉਦੋਂ ਮਤਲਬ ਕਿ ਉਦੋਂ ਉਹਨੂੰ ਕਹਿੰਦੇ ਸੀਗੇ ਡੈਮਨਸਲੈਂਡ, ਡੈਮਨਸਲੈਂਡ, ਤਾਂ ਉਹਨੂੰ ਲੱਭਣ ਵਾਲਾ ਕੌਣ ਸੀਗਾ, ਤਸਮਾਨ ਕਿੱਥੋਂ ਦਾ ਸੀ, ਹੋਲੈਂਡ ਦਾ ਸੀ। ਅਮਰੀਕਾ ਨੂੰ ਲੱਭਣ ਵਾਲਾ ਕੌਣ ਸੀ, ਕੋਲੰਬਸ ਸੀ। ਇੰਡੀਆ ਨੂੰ ਲੱਭਣ ਵਾਲਾ ਕੌਣ ਸੀਗਾ, ਪੁਰਤਗਾਲੀ ਵਾਸਕੋ ਡੀ ਗਾਮਾ। ਤਾਂ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ ਕਿੰਨੇ ਵਾਰ ਆਇਆ ਸੀ, 3 ਵਾਰੀ। ਤਾਂ ਇਹ ਤਾਂ ਹੋ ਗਏ ਬੇਸਿਕ ਫੈਕਟ, ਜਿਹੜੀ ਚੀਜ਼ ਆਪਾਂ ਇਹਦੀ ਕਰ ਰਹੇ ਸੀ। ਓਕੇ, ਤਾਂ ਹੁਣ ਆਪਾਂ ਅੱਗੇ ਦੇਖਿਆ ਵੀ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਮਸਾਲਿਆਂ ਦੇ ਲਈ ਪੂਰੀ ਤਰ੍ਹਾਂ ਡਿਪੈਂਡ ਸੀਗੇ ਇੰਡੀਆ ਦੇ ਉੱਤੇ। ਇੱਥੋਂ ਤੱਕ ਤੁਹਾਨੂੰ ਪੁਆਇੰਟ ਆਈ ਥਿੰਕ ਕਲੀਅਰ ਹੋਣਗੇ। ਪਹਿਲਾਂ ਆਪਾਂ ਇੱਕ ਇੱਥੇ ਪੇਜ ਐਡ ਕਰ ਲਈਏ, 1 ਮਿੰਟ। ਬੱਚੇ, ਚਲੋ ਆਹ ਦੇਖ ਲਓ, ਇੱਥੋਂ ਲੈ ਕੇ ਇਹ ਵਾਲੇ ਆ ਰਹੇ ਆ, ਠੀਕ ਆ। ਆਹ ਇੱਥੇ ਇਹਨੂੰ ਕਹਿੰਦੇ ਆਪਾਂ ਕੇਪ ਆਫ ਗੁੱਡ ਹੋਪ ਇੱਥੇ ਆ। ਇਸ ਤੋਂ ਬਾਅਦ ਇਹ ਕੈਲੀਕਟ ਤੇ ਇੱਥੇ ਆਏ ਸੀ। ਹੁਣ ਆਪਾਂ ਇਹਦੇ ਬਾਰੇ ਇਸ ਤੋਂ ਬਾਅਦ ਫੈਕਟ ਨੇ ਜਿਹੜੇ ਆਪਾਂ ਚੈੱਕ ਕਰਨੇ ਆ। ਆਹ ਇਹਨਾਂ ਦੇ ਰੂਟ ਨੇ, ਪਹਿਲਾਂ ਵਾਲੇ ਮਤਲਬ ਕਿ ਕਿਵੇਂ ਰੂਟ ਸਾਰੇ ਚੱਲਦੇ ਨੇ, ਸਿਸਟਮ ਰਿਹਾ ਇਹਨਾਂ ਦਾ। ਤਾਂ ਇਹ ਵੀ ਤੁਸੀਂ ਇੱਕ ਵਾਰੀ ਰਫਲੀ ਜਿਹਾ ਮੈਪ ਦੇਖ ਲਓ। ਆਹ ਤੁਹਾਡਾ ਮੈਂ ਤੁਹਾਨੂੰ ਇਹਦੇ 'ਤੇ ਵੀ ਸਮਝਾਤਾ, ਅਤੇ ਮੈਂ ਤੁਹਾਨੂੰ ਇਹਦੀ ਜਿਹੜੀ ਬੇਸ ਸੀਗੀ ਇਹਦੀ ਹਿਸਟਰੀ ਉਹ ਤੁਹਾਨੂੰ ਮੈਂ ਦੱਸਤੀ। ਹੁਣ ਕੁਝ ਕੁ ਗੱਲਾਂ ਨੇ ਜਿਹੜੀਆਂ ਤੁਸੀਂ ਨੋਟ ਕਰਨੀਆਂ। ਤਾਂ ਦੇਖੋ 1494 ਦੇ ਵਿੱਚ ਆਪਾਂ ਕਿਹਾ ਵੀ ਕੋਲੰਬਸ ਚੱਲਿਆ ਸੀ। ਤਾਂ ਕੀ ਤੁਸੀਂ 1494 ਇਕੱਲਾ ਇਹੀ ਯਾਦ ਰੱਖਣਾ? ਨਹੀਂ। ਤਾਂ ਇੱਕ ਤੁਸੀਂ ਇੱਥੇ ਯਾਦ ਰੱਖਣੀ ਆ ਟ੍ਰੀਟੀ। ਹੁਣ ਜਿਹੜਿਆਂ ਨੂੰ ਨਹੀਂ ਪਤਾ, ਟ੍ਰੀਟੀ ਹੁੰਦੀ ਆ ਸੰਧੀ, ਕਿਸੇ ਦੇ ਵਿਚਾਲੇ ਮਤਲਬ ਕਿ ਕੋਈ ਗੱਲਬਾਤ ਸੈੱਟ ਹੋ ਜਾਣੀ, ਸਮਝੌਤਾ। ਟ੍ਰੀਟੀ ਆਫ ਟੋਰਡੇਸਲਾਜ਼, ਓਕੇ, ਟ੍ਰੀਟੀ ਆਫ ਟੋਰਡੇਸਲਾਜ਼। ਇਹ ਕਿੰਨੇ 'ਚ ਹੋਈ ਆ? 1494 ਦੇ ਵਿੱਚ ਹੋਈ ਸੀ। ਮਤਲਬ ਇਹ ਕਿੰਨਾ ਦੇ ਵਿਚਾਲੇ ਹੋਈ ਆ, ਇਹ ਇੱਕ ਤੁਹਾਡਾ ਧਿਆਨ ਰੱਖਣਾ ਤੁਸੀਂ। ਪੁਰਤਗਾਲ ਐਂਡ ਸਪੇਨ, ਤਾਂ ਉਦੋਂ 2 ਵੱਡੀਆਂ ਪਾਵਰਾਂ ਸੀਗੀਆਂ, ਪੁਰਤਗਾਲ ਐਂਡ ਸਪੇਨ, ਇਹਨਾਂ ਦੋਨਾਂ ਦੇ ਬਿਟਵੀਨ ਹੋਈ ਸੀ। ਤਾਂ ਇਹਨਾਂ ਨੇ ਕਿਹਾ ਵੀ ਆਪਾਂ ਡਿਵਾਈਡ ਕਰਦੇ ਹਾਂ ਕਿਹੜਾ ਏਰੀਆ, ਜਿਹੜੇ ਨੌਨ ਕ੍ਰਿਸਚੀਅਨ ਨੇ। ਤਾਂ ਨੌਨ ਕ੍ਰਿਸਚੀਅਨ ਨੂੰ ਇਹਨਾਂ ਨੇ ਵੰਡ ਲਿਆ। ਤਾਂ ਇਹਨਾਂ ਨੇ ਬ੍ਰਾਜ਼ੀਲ ਦੇ ਵਿੱਚ ਦੀ ਇੱਕ ਮਤਲਬ ਕਿਹਾ, ਜਿਵੇਂ ਪੂਰਾ ਆਪਾਂ ਦੁਨੀਆ ਦਾ ਮੈਪ ਇੱਥੇ ਹੈਗਾ ਆਪਣੇ ਕੋਲ। ਤਾਂ ਦੇਖੋ ਇੱਥੋਂ ਦੀ ਨਾ ਇੱਕ ਇਹਨਾਂ ਨੇ ਐਵੇਂ ਲੈਂਡ ਖਿੱਚਦੀ, ਠੀਕ ਆ, ਇੱਥੋਂ ਦੀ ਐਵੇਂ ਲੈਂਡ ਡਰੋ ਕਰ ਲਈ। ਸੌਰੀ ਇੱਧਰ ਗਲਤ ਹੋ ਗਈ, ਇੱਥੋਂ ਦੀ ਜਾਊਗੀ ਬ੍ਰਾਜ਼ੀਲ ਦੇ ਵਿੱਚ ਦੀ, ਠੀਕ ਆ। ਤਾਂ ਇਹ ਲੈਂਡ ਗਈ ਤਕਰੀਬਨ ਇੱਥੋਂ ਦੀ ਲੰਘੀ ਸੀ। ਇਹ ਲੈਂਡ ਜਦੋਂ ਗਈ ਤਾਂ ਇਹਦੇ 'ਚ ਇਹਨਾਂ ਨੇ ਕਿਹਾ ਵੀ ਜਿਹੜਾ ਇਹਦੇ ਤਾਂ ਲੈਂਡ ਦੇ ਈਸਟ ਵਾਲੀ ਸਾਈਡ 'ਤੇ ਆ, ਠੀਕ ਆ, ਇੱਧਰ ਇਹ ਤਾਂ ਹੈਗਾ ਪੁਰਤਗਾਲ ਦਾ, ਅਤੇ ਜਿਹੜਾ ਇੱਧਰ ਵੈਸਟ ਵਾਲੀ ਸਾਈਡ ਆ ਇਹ ਸਾਰਾ ਹੈਗਾ ਸਪੇਨ ਦਾ। ਤਾਂ ਇਹ ਸੀ ਇਹਨਾਂ ਦੀ ਟ੍ਰੀਟੀ ਆਫ ਟੋਰਡੇਸਲਾਜ਼। ਤਾਂ 1497 ਦੇ ਵਿੱਚ ਇਹਨਾਂ ਨੇ ਟ੍ਰੀਟੀ ਦੇ ਅਕੋਰਡਿੰਗਲੀ ਆਪਦਾ ਜਿਹੜਾ ਇਹ ਸੀਗਾ ਸਾਰਾ ਕੁਛ ਇਹਨੂੰ ਵੰਡ ਵੰਡਾਈ ਇਹਨਾਂ ਨੇ ਕਰ ਲਈ। ਓਕੇ, ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਾਕੀ ਆਪਾਂ ਦੇਖਿਆ ਵੀ 1487 ਦੇ ਵਿੱਚ ਪੁਰਤਗਾਲੀ ਸੀਗਾ ਇੱਕ ਬਾਰਥੋਲੋਮੀਓ ਡਿਆਜ਼, ਅਤੇ ਉਹ ਆਇਆ ਸੀ ਕੇਪ ਆਫ ਗੁੱਡ ਹੋਪ ਅਫਰੀਕਾ ਤੱਕ। ਇੱਥੋਂ ਤੱਕ ਜਮ੍ਹਾਂ ਤੁਹਾਨੂੰ ਕਲੀਅਰ ਹੋ ਗਏ ਪੁਆਇੰਟ। ਚਲੋ ਹੁਣ ਆਪਾਂ ਗੱਲ ਕਰਦੇ ਹਾਂ ਵਾਸਕੋ ਡੀ ਗਾਮਾ ਦੇ ਬਾਰੇ। ਮੈਂ ਇਹਨਾਂ ਨੂੰ ਅਰੇਂਜ ਕਰਨ ਲੱਗਿਆ, ਬੱਚੇ ਨੋਟ ਕਰ ਲਿਆ ਹੋਊਗਾ, ਨਹੀਂ ਸਕਰੀਨਸ਼ਾਟ ਲੈ ਲਓ। ਹੁਣ ਆਪਾਂ ਗੱਲ ਕਰਦੇ ਹਾਂ ਵਾਸਕੋ ਡੀ ਗਾਮਾ 1497। ਤਾਂ 1497 ਦੇ ਵਿੱਚ ਆਇਆ ਵਾਸਕੋ ਡੀ ਗਾਮਾ। ਤਾਂ ਹੁਣ ਵਾਸਕੋ ਡੀ ਗਾਮਾ ਬਾਰੇ ਕਰਨ ਤੋਂ ਪਹਿਲਾਂ ਇੱਕ ਤੁਸੀਂ ਸ਼ਬਦ ਨੇ ਧਿਆਨ ਦੇ ਵਿੱਚ ਰੱਖਣੇ ਆ। ਤਾਂ ਉਹਨਾਂ ਨੂੰ ਪਹਿਲਾਂ ਤੁਸੀਂ 1-2 ਵਾਰੀ ਆਪਦੇ ਮਨ ਦੇ ਵਿੱਚ ਬੋਲ ਕੇ ਵੀ ਦੇਖਣਾ, ਫਿਰ ਇਹ ਤੋਂ ਬਾਅਦ 'ਚ ਤੁਹਾਡੇ ਆਟੋਮੈਟਿਕਲੀ ਉਹ ਚੀਜ਼ ਆ ਜਿਹੜੀ ਉਹ ਦਿਮਾਗ ਦੇ ਵਿੱਚ ਚੜ੍ਹ ਜਾਣੀ ਆ। ਓਕੇ,
ਤਾਂ ਦੇਖੋ PDE PDE D ਤੇ P। ਓਕੇ, ਤਾਂ ਇਹਨੂੰ ਤੁਸੀਂ ਕੀ ਕਰਨਾ, ਇੱਕ ਵਾਰੀ ਇਹਨੂੰ ਮਤਲਬ ਕਿ ਆਪਦਾ ਧਿਆਨ ਦੇ ਵਿੱਚ ਇਹਨੂੰ ਰੱਖਣਾ। ਓਕੇ, ਤਾਂ ਹੁਣ ਇਹਦੋਂ ਤੁਹਾਨੂੰ ਕੀ ਯਾਦ ਰਹੂਗਾ ਜਦੋਂ ਤੁਸੀਂ ਇਹ ਸ਼ਬਦ ਨੇ ਜਿਹੜੇ ਇਹਨਾਂ ਨੂੰ ਯਾਦ ਰੱਖੋਗੇ। ਸੌਰੀ, ਇੱਥੇ ਐਫ ਆ, ਠੀਕ ਆ। ਦੇਖੋ PDE DF। ਹੁਣ ਪਹਿਲੇ ਪੀ 'ਤੇ ਤਾਂ ਹੈਗੇ ਨੇ ਪੁਰਤਗਾਲੀ, ਸਭ ਤੋਂ ਪਹਿਲਾਂ ਆਏ ਪੁਰਤਗਾਲੀ, ਦੂਸਰੇ ਨੰਬਰ 'ਤੇ ਆਏ ਨੇ ਡੱਚ, ਤੀਸਰੇ ਨੰਬਰ 'ਤੇ ਇੰਗਲਿਸ਼ ਜਾਣੀ ਕਿ ਅੰਗਰੇਜ਼, ਅਤੇ ਇਸ ਤੋਂ ਬਾਅਦ ਇੱਥੇ ਆਏ ਨੇ ਡੈਨਿਸ, ਔਰ ਐਫ 'ਤੇ ਆਏ ਨੇ ਫਰਾਂਸੀਸੀ। ਇਹਨੂੰ ਤੁਸੀਂ ਯਾਦ ਰੱਖ ਸਕਦੇ ਹੋ, PDE DF। ਪਹਿਲੀ ਪੀ 'ਤੇ ਪੁਰਤਗਾਲੀ, ਫਿਰ ਡੱਚ, ਫਿਰ ਅੰਗਰੇਜ਼, ਫਿਰ ਡੈਨਿਸ, ਫਿਰ ਐਫ 'ਤੇ ਫਰਾਂਸੀਸੀ। ਤਾਂ 1497 ਦੇ ਵਿੱਚ ਵਾਸਕੋ ਡੀ ਗਾਮਾ ਆਇਆ। ਤਾਂ ਵਾਸਕੋ ਡੀ ਗਾਮਾ ਦੇ ਬਾਰੇ ਆਪਾਂ ਹੁਣ ਗੱਲ ਕਰਨੀ ਆ। ਇਹ ਕਿੱਥੋਂ ਆਇਆ ਸੀਗਾ? ਪੁਰਤਗਾਲ ਤੋਂ। ਵਾਸਕੋ ਡੀ ਗਾਮਾ ਦੇ ਬਾਰੇ ਆਪਾਂ ਪੁਆਇੰਟ ਦੇਖਿਆ ਵੀ ਵਾਸਕੋ ਡੀ ਗਾਮਾ ਕਿੱਥੋਂ ਆਇਆ ਸੀ, ਪਹਿਲਾਂ ਹੀ ਆਪਾਂ ਗੱਲ ਕੀਤੀ, ਸਭ ਤੋਂ ਪਹਿਲਾਂ ਆਏ ਪੁਰਤਗਾਲੀ। ਤਾਂ ਇਹ ਆਏ ਸੀਗਾ ਪੁਰਤਗਾਲੀ। ਤਾਂ ਪੁਰਤਗਾਲ ਇਹ ਆਇਆ ਸੀ, ਇਹਦੀ ਕੈਪੀਟਲ ਕਿੱਥੇ ਸੀਗੀ? ਲਿਸਬਨ। ਤਾਂ ਆਪਾਂ ਪਹਿਲਾਂ ਕੀਤਾ ਸਪੇਨ ਦੇ ਵਿੱਚ ਕਿਹੜੀ ਕੈਪੀਟਲ ਸੀ? ਮੈਡਰਿਡ। ਤਾਂ ਇਹ ਕਿੱਥੇ ਤੱਕ ਆਇਆ? ਆਸਾ ਅੰਤਰੀਆ ਤੱਕ ਤਾਂ ਉਹ ਪਹੁੰਚ ਹੀ ਗਿਆ ਸੀ, ਇਹ ਵੀ ਆਸਾ ਅੰਤਰੀਆ ਤੱਕ ਪਹੁੰਚਿਆ, ਉੱਥੇ ਰੁਕਿਆ ਐਟ ਆਸਾ ਅੰਤਰੀਆ ਜਾਂ ਫਿਰ ਕੇਪ ਆਫ ਗੁੱਡ ਹੋਪ। ਇੱਥੇ ਵੇਟ ਦੈਨ ਮੀਟ ਵਿਦ ਗੁਜਰਾਤੀ ਟਰੇਡਰ। ਇਸ ਤੋਂ ਬਾਅਦ ਇੱਥੇ ਮਿਲਿਆ ਅਬਦੁਲ ਮਨੀਦ। ਆਹ ਨਾਮ ਇੰਪੋਰਟੈਂਟ ਆ ਤੁਹਾਡਾ, ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ, ਇਹਨੂੰ ਲੈ ਕੇ ਕੁਐਸਚਨ ਅਕਸਰ ਬਣਦੇ ਆ। ਤਾਂ ਵਾਸਕੋ ਡੀ ਗਾਮਾ 1497 ਦੇ ਵਿੱਚ ਚੱਲਿਆ। ਕਿੱਥੋਂ ਚੱਲਿਆ? ਪੁਰਤਗਾਲ ਤੋਂ। ਪੁਰਤਗਾਲ ਤਾਂ ਹੈਗੀ ਸੀ, ਪੁਰਤਗਾਲ ਦੀ ਕੈਪੀਟਲ ਤੋਂ ਚੱਲਿਆ, ਤਾਂ ਕੈਪੀਟਲ ਸੀ ਲਿਸਬਨ। ਕਿੱਥੇ ਤੱਕ ਆ ਗਿਆ? ਆਸਾ ਅੰਤਰੀਆ ਤੱਕ। ਆਸਾ ਅੰਤਰੀਆ ਤੱਕ ਤਾਂ ਉਹ ਵੀ ਆ ਗਿਆ ਸੀ, ਫਿਰ ਇੱਥੇ ਰੁਕਿਆ। ਫਿਰ ਇਹਨੇ ਦੇਖਿਆ ਕੋਈ ਬੰਦਾ, ਇਹਨੂੰ ਬੰਦਾ ਮਿਲਿਆ ਇੱਕ ਅਬਦੁਲ ਮਨੀਦ। ਤਾਂ ਅਬਦੁਲ ਮਨੀਦ ਕਿੱਥੋਂ ਦਾ ਸੀ? ਇੱਕ ਗੁਜਰਾਤ ਦਾ ਵਪਾਰੀ ਸੀਗਾ। ਤਾਂ ਉਹ ਇਹਦੇ ਨਾਲ ਰਲ ਗਿਆ। ਤਾਂ ਇਹਨਾਂ ਨੇ ਕਿੰਨੇ ਦਿਨ ਦੀ ਯਾਤਰਾ ਕੀਤੀ? 90 ਡੇਜ਼। 90 ਦਿਨ ਦੀ ਯਾਤਰਾ ਕਰਕੇ ਇਹ ਇੰਡੀਆ ਦੇ ਵਿੱਚ ਆਇਆ 20 ਮਈ 1498। ਓਕੇ, ਇੱਥੇ ਆ ਗਿਆ। ਹੁਣ ਪੁਆਇੰਟ ਆ ਵੀ ਇੰਡੀਆ ਦੇ ਵਿੱਚ ਕਿੱਥੇ ਆਇਆ ਸੀਗਾ? ਇੰਡੀਆ ਦੇ ਵਿੱਚ ਇਹ ਪਹੁੰਚਿਆ ਸੀ, ਇੰਡੀਆ ਦੇ ਵਿੱਚ ਆਇਆ ਕੈਲੀਕਟ, ਕੇਰਲਾ। ਕੈਲੀਕਟ, ਕੇਰਲਾ। ਓਕੇ, ਜੇ ਇੱਥੋਂ ਤੱਕ ਕਰਨਾ ਤੁਸੀਂ, ਬਸ ਇੱਥੋਂ ਤੱਕ ਆਊਗਾ। ਬਾਕੀ ਅਗਰ ਕੋਈ ਜ਼ਿਆਦਾ ਹੀ ਜਾਣਾ ਚਾਹੁੰਦਾ ਡੈਪਥ ਦੇ ਵਿੱਚ, ਤਾਂ ਫਿਰ ਉਹ ਪੋਰਟ ਵੀ ਲਿਖ ਸਕਦਾ। ਕੱਪਾ ਕਡੱਬੂ ਮਤਲਬ ਉੱਥੇ ਦਾ ਪੋਰਟ ਸੀਗਾ ਕੇਰਲਾ ਦੇ ਵਿੱਚ, ਜਿੱਥੇ ਇਹ ਆਇਆ ਸੀਗਾ। ਤਾਂ ਆਹ ਇਹਨਾਂ ਦੇ ਬੇਸਿਕ ਪੁਆਇੰਟ ਸੀਗੇ। ਤਾਂ ਇਹਨਾਂ ਨੇ ਨਵਾਂ ਰੂਟ ਕਿਉਂ ਲੱਭਿਆ? ਦੇਖੋ ਹੁਣ ਇਹਨਾਂ ਨੂੰ ਨਵਾਂ ਰੂਟ ਲੱਭਣ ਦੀ ਤਾਂ ਕਰਕੇ ਪੁਰਤਗਾਲੀਆਂ ਨੂੰ ਲੋੜ ਪੈ ਗਈ, ਕਿਉਂਕਿ ਆਪਾਂ ਕਹਿੰਦੇ ਆ ਵੀ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ ਆਇਆ, ਦੈਨ ਇੱਥੋਂ ਕਾਲੀ ਮਿਰਚ ਲੈ ਕੇ ਗਿਆ, ਅਤੇ ਉਹਨੂੰ ਇੱਥੇ ਦੇ ਨਾਲੋਂ ਜਿੰਨਾ ਪ੍ਰਾਈਜ਼ ਉਹਨੇ ਇੱਥੇ ਇਨਵੈਸਟ ਕੀਤਾ, ਉਹਦੇ 'ਤੇ ਖਰਚ ਕੀਤਾ, ਦੈਨ ਉਹਦੇ ਨਾਲੋਂ 60 ਟਾਈਮਸ ਜਾ ਕੇ ਉਹਨੂੰ ਬੈਨੀਫਿਟ ਹੋਇਆ। ਪਰ ਉਹ ਇੱਥੇ ਨਾਲੋਂ ਸੈਟਿਸਫਾਈ ਨਹੀਂ ਸੀਗੇ, ਕਿਉਂਕਿ ਉਹਨਾਂ ਨੂੰ ਜਦੋਂ ਇੱਥੋਂ ਖਰੀਦਦੇ ਸੀ, ਅਰਬ ਲੋਕਾਂ ਦਾ ਮੋਨੋਪੋਲੀ ਚੱਲਦੀ ਸੀ ਟ੍ਰੇਡ ਦੇ ਉੱਪਰ ਆਪਣੇ ਇੱਧਰ, ਠੀਕ ਆ, ਅਰਬੀ ਲੋਕਾਂ ਦੀ। ਤਾਂ ਉਹਨਾਂ ਨੂੰ ਪੁਰਤਗਾਲੀ ਜਦੋਂ ਪੇ ਕਰਦੇ ਸੀ, ਤਾਂ ਚੀਜ਼ ਦੇ ਮੁੱਲ ਨਾਲੋਂ 10 ਗੁਣਾ ਜ਼ਿਆਦਾ ਪੇ ਕਰਨਾ ਪੈਂਦਾ ਸੀ। ਤਾਂ ਕਰਕੇ ਉਹ ਅਰਬੀ ਲੋਕਾਂ ਤੋਂ ਤੰਗ ਆ ਗਏ। ਉਹ ਕਹਿੰਦੇ ਵੀ ਸਾਨੂੰ ਇੰਨਾ ਟੈਕਸ ਇੱਥੇ ਦੇਣਾ ਪੈਂਦਾ ਵੀ ਅਸੀਂ ਉਹ ਤੋਂ ਬਚੀਏ। ਤਾਂ ਉਹਨਾਂ ਨੇ ਸੋਚਿਆ ਵੀ ਆਪਾਂ ਕਿਸੇ ਆਸੇ-ਪਾਸੇ ਦੀ ਹੋਰ ਰਸਤਾ ਲੱਭਦੇ ਹਾਂ, ਦੈਨ ਆਪਾਂ ਅਰਬੀਆਂ ਨੂੰ ਜਿਹੜਾ ਇਹ ਟੈਕਸ ਵਗੈਰਾ ਇੰਨਾ ਟਾਈਮ 10 ਗੁਣਾ ਜ਼ਿਆਦਾ ਦਿੰਦੇ ਹਾਂ, ਪੇ ਕਰਦੇ ਹਾਂ, ਆਪਾਂ ਇਹਦੇ ਤੋਂ ਬਚਦੇ ਹੋ ਜਾਏ ਸਾਡੀ। ਤਾਂ ਫਿਰ ਉਹਨਾਂ ਨੇ ਇਸ ਤੋਂ ਬਾਅਦ ਰਸਤੇ ਲੱਭਣੇ ਸਟਾਰਟ ਕਰਤੇ ਸੀ। ਤਾਂ ਵਾਸਕੋ ਡੀ ਗਾਮਾ ਦੇ ਬਾਰੇ ਜਿਹੜੇ ਇੰਪੋਰਟੈਂਟ ਪੁਆਇੰਟ ਸੀਗੇ, ਤਾਂ ਉਹ ਤੁਹਾਨੂੰ ਉਮੀਦ ਕਰਦਾ ਵੀ ਤੁਹਾਨੂੰ ਹੁਣ ਕਲੀਅਰ ਹੋ ਗਏ ਹੋਣਗੇ। ਇਹ ਤੋਂ ਬਾਅਦ PDE DF, ਇਹ ਤੁਸੀਂ ਯਾਦ ਰੱਖਣਾ, ਕਿਉਂਕਿ ਕਈ ਵਾਰੀ ਇਹ ਕੁਐਸਚਨ ਆਇਆ ਹੋਇਆ ਵੀ ਇਹਨਾਂ ਨੂੰ ਤੁਸੀਂ ਦੱਸੋ ਵੀ ਕਿਹੜੇ ਇਹਨਾਂ ਦੇ ਵਿੱਚੋਂ ਪਹਿਲਾਂ ਆਏ ਨੇ, ਕਿਹੜੇ ਇਹਨਾਂ ਦੇ ਵਿੱਚੋਂ ਬਾਅਦ ਦੇ ਵਿੱਚ ਆਏ ਨੇ। ਤਾਂ ਉੱਥੇ ਫਿਰ ਜੇ ਤਾਂ ਤੁਹਾਨੂੰ ਇਹ ਯਾਦ ਹੋਇਆ ਸਟਰਕਚਰ, ਤਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਵੀ ਪੀ ਪਹਿਲਾਂ ਪੁਰਤਗਾਲੀ, ਫਿਰ ਡੱਚ, ਫਿਰ ਇੰਗਲਿਸ਼, ਫਿਰ ਡੈਨਿਸ਼, ਫਿਰ ਫਰਾਂਸੀਸੀ। ਓਕੇ, ਤਾਂ ਇਹਦੇ 'ਚ ਕਰਨਾ ਸੀ। ਹੁਣ ਆਪਾਂ ਪੁਰਤਗਾਲੀਆਂ ਦੇ ਵਿੱਚੋਂ ਕਰਿਆ ਵੀ ਫਸਟ ਆਇਆ ਸੀ ਵਾਸਕੋ ਡੀ ਗਾਮਾ। ਕਿੱਥੋਂ? ਪੁਰਤਗਾਲ ਦੀ ਕੈਪੀਟਲ ਲਿਸਬਨ ਤੋਂ, ਕੇਰਲਾ ਦੀ ਬੰਦਰਗਾਹ 'ਤੇ ਕੈਲੀਕਟ 'ਤੇ ਆਇਆ ਸੀਗਾ। ਇਹ ਵੀ 3 ਸ਼ਿਪਸ ਲੈ ਕੇ ਆਇਆ ਸੀ ਆਪਦੇ ਨਾਲ। ਅਤੇ ਇੱਕ ਆਉਂਦਾ ਇਹਦੇ ਜਹਾਜ਼ ਦਾ ਨਾਮ ਕੀ ਸੀ? ਅਗਰ ਤੁਹਾਡੇ 'ਚੋਂ ਕਿਸੇ ਵੀ ਬੱਚੇ ਨੂੰ ਪਤਾ, ਦੈਨ ਇਹਦੇ ਤੁਸੀਂ ਜਹਾਜ਼ ਦਾ ਨਾਮ ਤੁਸੀਂ ਦੱਸਣਾ। ਸ਼ਿਪ ਨੇਮ, ਜਿਹੜੀ ਇਹਦੀ ਸ਼ਿਪ ਨੇਮ ਸੀ ਉਹ ਤੁਸੀਂ
मैं वीडियो ਦੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਆਨਸਰ ਦਊਂਗਾ। ਦੈਨ ਤੁਸੀਂ ਥੋੜੀ ਜੀ ਆਪ ਰਿਸਰਚ ਕਰਨੀ ਆ ਤਾਂ ਇਹਦੇ ਬਾਰੇ ਤੁਹਾਨੂੰ ਪੁਆਇੰਟ ਆ ਜਿਹੜਾ ਉਹ ਵੀ ਤੁਹਾਨੂੰ ਕਲੀਅਰ ਹੋ ਸਕੇ। ਓਕੇ, ਚਲੋ ਹੁਣ ਦੇਖੋ ਆਪਾਂ ਇਹਨਾਂ ਦੇ ਬਾਰੇ ਥੋੜੇ ਜਿਹੇ ਹੋਰ ਪੁਆਇੰਟ ਲਿਖ ਲਈਏ ਵੀ ਉਹ ਆਪਾਂ ਦੇਖ ਲਿਆ। ਬਾਕੀ ਉਦੋਂ ਜਦੋਂ ਇਹ ਆਇਆ ਸੀ ਉੱਥੇ ਲੋਕਲ ਲੈਵਲ ਤੇ ਰਾਜਾ ਕੌਣ ਸੀਗਾ? ਲੋਕਲ ਲੈਵਲ ਤੇ ਰਾਜਾ ਸੀਗਾ ਜਮੋਰੀਨ ਜਾਂ ਫਿਰ ਜਮੂਰੀਨ ਕਹਿ ਦਿੰਦੇ ਆ। ਤਾਂ ਇਹਨੇ ਤਾਂ ਵੈਲਕਮ ਕੀਤਾ, ਪਰ ਅਰਬੀ ਲੋਕਾਂ ਨੇ ਆਪਣਾ ਵਪਾਰ, ਉਹਨਾਂ ਨੂੰ ਲੱਗਿਆ ਵੀ ਕਿਤੇ ਸਾਡਾ ਟ੍ਰੇਡ ਆ ਜਿਹੜਾ ਉਹ ਖਤਮ ਨਾ ਹੋ ਜੇ, ਤਾਂ ਉਹਨਾਂ ਨੇ ਕਿਹਾ ਵੀ ਮਤਲਬ ਕਿ ਨਹੀਂ ਤੂੰ ਇਹਨੂੰ ਇੱਥੋਂ ਕੱਢ ਦੇ ਔਰ ਇਹਦੀ ਹੱਤਿਆ ਕਰਵਾ ਦੇ। ਪਰ ਉਹਨੇ ਕਿਹਾ ਵੀ ਨਹੀਂ ਇਹ ਸਾਡਾ ਮਹਿਮਾਨ ਆ। ਦੈਨ ਜਿਹੜਾ ਜਮੂਰੀਨ ਸ਼ਾਸਕ ਸੀਗਾ ਤਾਂ ਇਹਨੇ 1 ਸਾਲ ਦੇ ਲਈ ਇਹਦਾ ਕਾਫੀ ਮਹਿਮਾਨ ਵਾਂਗੂ ਇਹਨੂੰ ਰੱਖਿਆ, ਵੈਲਕਮ ਕੀਤਾ। ਓਕੇ, ਤਾਂ ਬੱਚੇ ਆ ਇਹਦੇ ਲਈ ਮਾਫੀ ਚਾਹੁੰਦਾ। ਇਹ ਸੈਟਿੰਗ ਮੈਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਹੈ ਟਰਾਈ ਕਰਨ ਦੀ, ਬਟ ਆ ਜੋ ਲਾਈਨਾਂ ਆਟੋਮੈਟਿਕਲੀ ਸਟ੍ਰੈਚ ਹੁੰਦੀਆਂ ਨੇ ਮੈਨੂੰ ਇਹ ਹੁੰਦੀਆਂ ਸਿਰਫ PPT ਦੇ ਵਿੱਚ ਆ, ਪਾਵਰ ਪੁਆਇੰਟ ਦੇ ਵਿੱਚ ਹੁੰਦੀਆਂ ਨੇ। ਅਗਰ ਕਿਸੇ ਨੂੰ ਇਹਦਾ ਸੋਲੂਸ਼ਨ ਪਤਾ ਤਾਂ ਪਲੀਜ਼ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ, ਜਾਂ ਫਿਰ ਟੈਲੀਗ੍ਰਾਮ ਦੇ ਉੱਪਰ ਤੁਸੀਂ ਦੱਸ ਸਕਦੇ ਹੋ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਬੱਚੇ ਤਾਂ ਤੁਸੀਂ ਲਾਈਕ ਕਰਨਾ ਨਾ ਭੁੱਲਿਓ ਔਰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤਾਂ ਦੇਖੋ ਹੁਣ ਇਹ ਤੋਂ ਬਾਅਦ ਵਾਸਕੋ ਡੀ ਗਾਮਾ ਦੇ ਬਾਰੇ ਆਪਾਂ ਪੁਆਇੰਟ ਦੇਖ ਰਹੇ ਹਾਂ। ਤਾਂ ਵਾਸਕੋ ਡੀ ਗਾਮਾ ਇਹਨੂੰ ਨੋਟ ਕਰ ਲਿਓ ਨਾਲ ਦੀ ਨਾਲ। ਤਾਂ ਵਾਸਕੋ ਡੀ ਗਾਮਾ ਦੀ ਗੱਲ ਕਰੀਏ, ਉਦੋਂ ਬ੍ਰਿਟਸ ਦੇ ਵਿੱਚ ਕਿੰਗ ਕੌਣ ਸੀਗਾ? ਬ੍ਰਿਟਸ ਦਾ ਕਿੰਗ, ਓਕੇ, ਉਹ ਸੀਗਾ ਡੌਨ ਹੈਨਰਿਕ। ਤਾਂ ਇਹਦੇ ਬਾਰੇ ਵੀ ਤੁਸੀਂ ਪੁਆਇੰਟ ਧਿਆਨ ਦੇ ਵਿੱਚ ਰੱਖਣਾ, ਹੈਨਰਿਕ ਦ ਨੈਵੀਗੇਟਰ, ਇਹਨੂੰ ਕਿਹਾ ਜਾਂਦਾ ਹੈਨਰਿਕ ਦ ਨੈਵੀਗੇਟਰ। ਓਕੇ, ਤਾਂ ਹੁਣ ਇਹ ਕਿਉਂ ਲੱਭਣਾ ਚਾਹੁੰਦੇ ਸੀ? ਕਿਉਂਕਿ ਇਹਨਾਂ ਨੂੰ 10 ਗੁਣਾ ਜ਼ਿਆਦਾ ਉਹਨਾਂ ਨੂੰ ਪਹਿਲਾਂ ਪੇ ਕਰਨਾ ਪੈਂਦਾ ਸੀ, ਉਹਦੇ ਤੋਂ ਬਚਣ ਦੇ ਲਈ ਇਹ ਅਲੱਗ ਤੋਂ ਇੱਕ ਆਪਦੇ ਲਈ ਰਸਤਾ ਖੋਜਣਾ ਚਾਹੁੰਦੇ ਸੀਗੇ। ਓਕੇ, ਤਾਂ ਜਦੋਂ ਇਹ ਦੇਖੋ 98 ਦੇ ਵਿੱਚ ਤਾਂ ਇਹ ਪਹੁੰਚਿਆ, ਦੈਨ ਵਾਪਸ ਜਾਣ ਲੱਗਿਆ 99 ਦੇ ਵਿੱਚ। ਜਦੋਂ ਇਹ ਵਾਪਸ ਜਾਣ ਲੱਗਿਆ ਦੈਨ ਇਹ ਆਪਦੇ ਨਾਲ ਕੈਰੀ ਕੀ ਕਰਿਆ ਨੇ? ਬਲੈਕ ਪੈਪਰ, ਯਾਨੀ ਕਿ ਕਾਲੀ ਮਿਰਚ। ਓਕੇ, ਨਾਲ ਆਪਦੇ ਕਾਲੀ ਮਿਰਚ ਲੈ ਗਿਆ। ਜਦੋਂ ਇਹਨੇ ਉੱਥੇ ਜਾ ਕੇ ਵੇਚਿਆ, ਆਪਦੇ ਦੇਸ਼ ਦੇ ਵਿੱਚ ਇਹਨੇ ਜਾ ਕੇ ਵੇਚਿਆ, ਤਾਂ ਇਹਨੂੰ ਬੈਨੀਫਿਟ ਹੋਇਆ 60 ਟਾਈਮਸ। ਓਕੇ, ਤਾਂ ਇੰਨਾ ਇਹਨੂੰ ਆਪਦਾ ਜਿਹੜਾ ਪ੍ਰੋਫਿਟ ਸੀ ਹੋਇਆ। ਤਾਂ ਇਹ ਤੋਂ ਬਾਅਦ ਇਹੀ ਕਾਰਨ ਸੀ ਜਿਹੜਾ ਇਹਨੂੰ ਦੁਬਾਰਾ ਕਿਹਾ ਵੀ ਹਾਂ ਆਪਾਂ ਨੂੰ ਇੱਥੇ ਖਿੱਚ ਕੇ ਲੈ ਕੇ ਆਇਆ ਇੰਡੀਆ ਦੇ ਵਿੱਚ। ਤਾਂ ਫਿਰ ਇਹਦਾ ਦੁਬਾਰਾ ਗੇੜਾ ਵੀ ਲੱਗਿਆ। ਤਾਂ ਇਹ 3 ਵਾਰੀ ਆਇਆ ਸੀ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਫਿਰ ਇੱਕ ਪਹਿਲੂ ਲੈ ਕੇ ਆਉਣ ਦਾ ਕਾਰਨ ਇਹੀ ਸੀ, ਪਰ ਜਦੋਂ ਇਹਨੂੰ ਪਤਾ ਲੱਗਿਆ ਵੀ ਮੇਰੇ ਨਾਲ ਅਰਬੀ ਲੋਕਾਂ ਨੇ ਇਹ ਕੀਤਾ, ਤਾਂ ਇਸ ਤੋਂ ਬਾਅਦ ਜਿਹੜਾ ਹੁਣ ਆਉਣਗੇ ਉਹ ਫਿਰ ਨਾਲ ਬੇੜੇ ਲੈ ਕੇ ਆਉਣਗੇ ਜਹਾਜ਼ਾਂ ਦੇ। ਤਾਂ ਹੁਣ ਆਪਾਂ ਅੱਗੇ ਦੇਖਾਂਗੇ ਇਹਨਾਂ ਦੇ ਬਾਰੇ। ਓਕੇ, ਤਾਂ ਜਦੋਂ ਇਹ 1400 ਇਹਦੇ ਵਿੱਚ ਵਾਪਸ ਜਾਣ ਲੱਗਿਆ ਤਾਂ ਇਹ ਗਿਆ ਸੀਗਾ ਐਟ ਫਰੋਮ, ਕਿੱਥੋਂ ਗਿਆ ਸੀ? ਜਾਣ ਵੇਲੇ ਇਹ ਗਿਆ ਸੀ ਗੋਆ ਪੋਰਟ ਤੋਂ, ਆਇਆ ਸੀ ਕੈਲੀਕਟ ਪੋਰਟ ਤੇ, ਜਾਣ ਲੱਗਿਆ ਸੀ ਇੱਥੋਂ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀਗਾ। ਬਾਕੀ ਪੁਰਤਗਾਲੀਆਂ ਦੇ ਜਿਹੜੇ ਟ੍ਰੇਡ ਸੈਂਟਰ ਸੀਗੇ ਮੇਨ, ਇਹਨਾਂ ਦੇ ਟ੍ਰੇਡ ਸੈਂਟਰ ਕਿਹੜੇ ਕਿਹੜੇ ਸੀ? ਕੈਲੀਕਟ, ਕੈਨਾਨੌਰ ਐਂਡ ਕੋਚੀਨ। ਤਾਂ ਇਹ ਤੁਸੀਂ ਵਾਸਕੋ ਡੀ ਗਾਮਾ ਦੇ ਬਾਰੇ ਬਸ ਇੰਨੇ ਪੁਆਇੰਟ ਧਿਆਨ ਦੇ ਵਿੱਚ ਰੱਖਣੇ ਆ, ਕਾਫੀ ਆ। ਤੁਹਾਨੂੰ ਕਿਸੇ ਮਰਜ਼ੀ ਐਗਜ਼ਾਮ ਦੇ ਵਿੱਚ ਆ ਜੇ, ਹੁਣ ਤੁਸੀਂ ਵਾਸਕੋ ਡੀ ਗਾਮਾ ਦੇ ਵਿੱਚੋਂ ਕੁਐਸਚਨ ਨੂੰ ਟਿਕ ਕਰ ਦੋਗੇ 100%। ਇੰਨੇ ਪੁਆਇੰਟ ਵੀ ਤੁਸੀਂ ਯਾਦ ਕਰ ਲੈਣੇ ਇਹਨੂੰ। ਬਾਕੀ ਇਹਦੇ ਜਹਾਜ਼ ਦਾ ਨੇਮ ਤੁਸੀਂ ਜ਼ਰੂਰ ਦੱਸਣਾ ਕਮੈਂਟ ਕਰਕੇ, ਔਰ ਇਹਦੇ ਕਿਹੜਾ ਰਾਜਾ ਸੀ ਉਹਨੂੰ ਧਿਆਨ ਦੇ ਵਿੱਚ ਰੱਖਿਓ। ਹੁਣ ਆਪਾਂ ਗੱਲ ਕਰਨੀ ਆ, ਇਹ ਤੁਸੀਂ ਨੋਟ ਕਰ ਲਿਆ ਹੋਊਗਾ, ਆ ਵੀ ਬੱਚੇ ਨੋਟ ਕਰ ਲਿਆ ਹੋਊਗਾ। ਮੈਂ ਅਰੇਜ਼ ਕਰਨ ਲੱਗਿਆ, ਸਕਰੀਨਸ਼ਾਟ ਕਰਨਾ ਕਰ ਸਕਦੇ ਹੋ ਤੁਸੀਂ। ਤਾਂ ਹੁਣ ਦੇਖੋ ਇਸ ਤੋਂ ਬਾਅਦ ਜਿਹੜਾ ਸੈਕਿੰਡ ਪੁਰਤਗਾਲੀ ਆਇਆ। ਹੁਣ ਆਪਾਂ ਗੱਲ ਕਰ ਰਹੇ ਹਾਂ ਦੂਸਰੇ ਪੁਰਤਗਾਲੀ ਦੀ, ਮਤਲਬ ਵਾਸਕੋ ਡੀ ਗਾਮਾ ਤੋਂ ਬਾਅਦ ਆਇਆ। ਓਕੇ, ਤਾਂ ਇਹ ਆਇਆ ਸੀ 1500 'ਚ। ਤਾਂ ਹੁਣ ਦੇਖੋ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਅਰਬੀ ਲੋਕ ਕਹਿੰਦੇ ਸੀਗੇ ਵੀ ਵਾਸਕੋ ਡੀ ਗਾਮਾ ਨੂੰ ਭੇਜ ਦਿਓ, ਮਰਵਾ ਦਿਓ, ਹੱਤਿਆ ਕਰ ਦਿਓ, ਤਾਂ ਇਹ ਆਇਆ। ਜਿਹੜਾ ਹੁਣ ਬੰਦਾ ਆਊਗਾ ਨਾ ਉਹ 1300 ਨਹੀਂ 13 ਜਹਾਜ਼ਾਂ ਦੇ ਬੇੜੇ ਨਾਲ ਲੈ ਕੇ ਆਊਗਾ। ਓਕੇ, 13 ਜਹਾਜ਼ਾਂ ਦੇ ਬੇੜੇ ਨਾਲ ਲੈ ਕੇ ਆਊਗਾ। ਤਾਂ ਇਹਦਾ ਨਾਮ ਸੀਗਾ ਪੀਡਰੋ ਅਲਬਰੇਜ਼ ਕੈਬਰੀਅਲ। ਓਕੇ,
ਤਾਂ ਆ ਇਹਦਾ ਨੇਮ ਸੀਗਾ ਜਿਹੜਾ ਇਦੋਂ ਬਾਅਦ ਦੇ ਵਿੱਚ ਇੱਥੇ ਆਊਗਾ। ਤਾਂ ਇਹ ਯਾਦ ਰੱਖਣਾ ਵੀ ਦੂਸਰਾ ਜਦੋਂ ਇਹ ਆਇਆ 1500 ਦੇ ਵਿੱਚ, ਦੈਨ ਇਹ 13 ਜਹਾਜ਼ਾਂ ਦੇ ਵਿਹੜੇ ਆਪਦੇ ਨਾਲ ਲੈ ਕੇ ਆਇਆ ਸੀਗਾ। ਔਰ ਜਦੋਂ ਇਹ ਆਇਆ ਤਾਂ ਲੋਕ ਉੱਥੋਂ ਦੇ ਅਨਸੈਟਿਸਫਾਈ ਹੋਏ, ਤਾਂ ਲੋਕਾਂ ਨੇ ਕੀ ਕੀਤਾ, ਲੋਕਲਸ ਨੇ ਅਟੈਕ ਕੀਤਾ ਇਹਦੇ 'ਤੇ, ਠੀਕ ਆ। ਲੋਕਾਂ ਨੇ ਕੀ ਕੀਤਾ, ਇਹਦੇ 'ਤੇ ਅਟੈਕ ਕਰਤਾ। ਤਾਂ ਇਸ ਤੋਂ ਬਾਅਦ ਇਹਨੇ ਕੀ ਕੀਤਾ, ਫਿਰ ਜਿਹੜੀਆਂ ਅਰਬ ਦੀਆਂ ਸ਼ਿਪ ਸੀਗੀਆਂ ਤਾਂ ਉਹਨਾਂ ਨੂੰ ਇਹਨੇ ਕਬਜ਼ੇ ਦੇ ਵਿੱਚ ਲੈ ਲਿਆ, ਕਿੰਨੀਆਂ ਜਲਾਤੀਆਂ, ਕਿੰਨੇ ਉਹਨਾਂ ਦੇ ਬੰਦੇ ਮਾਰਤੇ। ਤਾਂ ਇਸ ਤੋਂ ਬਾਅਦ ਇਹਨੇ ਕੈਲੀਕਟ ਦੇ ਉੱਤੇ ਬੰਬ ਸੁੱਟਣੇ ਸ਼ੁਰੂ ਕਰਤੇ, ਕੈਬਰੀਅਲ ਨੇ ਕੈਲੀਕਟ ਦੇ ਉੱਤੇ ਬੰਬ ਸੁੱਟਣੇ ਸ਼ੁਰੂ ਕਰਤੇ। ਜਦੋਂ ਫਿਰ ਉਹਨਾਂ ਦਾ ਨੁਕਸਾਨ ਕਾਫੀ ਜ਼ਿਆਦਾ ਹੋਣ ਲੱਗ ਗਿਆ ਤਾਂ ਫਿਰ ਇਹਨੇ ਸੰਧੀ ਕੀਤੀ ਅਤੇ ਕੋਚੀਨ ਤੇ ਕੈਨੂਰ ਨੂੰ ਆਪਦੇ ਕੀ ਕਰ ਲਿਆ, ਕਬਜ਼ੇ ਦੇ ਵਿੱਚ ਕਰ ਲਿਆ। ਅਰਬੀਆਂ ਦੇ ਹਮਲਾ ਕੀਤਾ, ਉਹਨਾਂ ਨੂੰ ਹਰਾ ਕੇ ਕੋਚੀਨ ਐਂਡ ਕੈਨਾਨੌਰ ਸੀਗਾ ਜਿਹੜਾ, ਉਹਨੂੰ ਆਪਦੇ ਕੰਟਰੋਲ ਦੇ ਵਿੱਚ ਲੈ ਲਿਆ। ਕਿਹਨੇ? ਕੈਬਰੀਅਲ ਨੇ। ਅਤੇ ਇਹਦੇ ਬਾਰੇ ਤੁਸੀਂ ਇਹ ਪੁਆਇੰਟ ਧਿਆਨ ਦੇ ਵਿੱਚ ਰੱਖਣੇ ਆ। ਬਾਕੀ 1498 ਦੇ ਵਿੱਚ ਈਸਟ ਇੰਡੀਆ ਕੰਪਨੀ ਪੁਰਤਗਾਲੀਆਂ ਦੀ ਸਥਾਪਨਾ 1502 ਦੇ ਵਿੱਚ ਵਾਸਕੋ ਡੀ ਗਾਮਾ ਦੁਬਾਰੇ ਐਂਟਰੀ ਹੁੰਦੀ ਆ। 1503 ਦੇ ਵਿੱਚ ਫਸਟ ਫੈਕਟਰੀ ਕੋਚੀਨ ਦੇ ਵਿੱਚ ਲੱਗਦੀ ਆ। ਓਕੇ, ਕੋਚੀਨ ਦੇ ਵਿੱਚ ਪਹਿਲੀ ਫੈਕਟਰੀ 1503 ਦੇ ਵਿੱਚ ਲੱਗਦੀ ਆ। ਕਿਹਦੇ ਦੁਆਰਾ? ਬਾਏ ਅਲਬੁਕਰਿਕ ਅਲਫੋਂਸੋ, ਠੀਕ ਹੈ। ਅਲਫੋਂਸੋ ਨਾਮ ਯਾਦ ਰੱਖਿਓ, ਬਾਕੀ ਇਹਨਾਂ ਦੇ ਨੇਮ ਕਾਫੀ ਟਫ ਹੁੰਦੇ ਆ। ਤਾਂ ਅਲਫੋਂਸੋ ਉਦੋਂ ਇਹ ਵਾਇਸਰਾਏ ਨਹੀਂ ਸੀਗਾ। ਪੁਰਤਗਾਲੀ ਨੇ ਆਪਣੀਆਂ ਫਰਮ ਕਿੱਥੇ ਬਣਾਈਆਂ? ਉਹ ਵੀ ਪੋਰਟਸ 'ਤੇ। ਜ਼ਿਆਦਾਤਰ ਜਿਹੜੀਆਂ ਪਹਿਲਾਂ ਵਾਲੀਆਂ ਫਰਮ ਬਣਦੀਆਂ ਸੀ, ਫੈਕਟਰੀਆਂ ਬਣਦੀਆਂ ਸੀ, ਉਹ ਕਿੱਥੇ ਬਣਾਈਆਂ ਜਾਂਦੀਆਂ ਸੀ? ਉਹ ਬਣਾਉਂਦੇ ਸੀ ਕਿਸੇ ਵੀ ਪੋਰਟ ਸਿਟੀ 'ਤੇ, ਤਾਂ ਜੋ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਲੈ ਕੇ ਤਾਂ ਪੋਰਟ ਦੇ ਥਰੂ ਹੀ ਜਾਣਾ ਨਾ, ਉਹਦੇ ਸਮੁੰਦਰ ਦੇ ਥਰੂ ਜਾਣਾ, ਦੈਨ ਉਹਨਾਂ ਨੂੰ ਪੋਰਟ ਤੱਕ ਲੈ ਕੇ ਆਉਣਾ ਪੈਣਾ। ਤਾਂ ਉਹ ਕੋਸ਼ਿਸ਼ ਕਰਦੇ ਸੀ ਵੀ ਜਿਹੜੀ ਚੀਜ਼ ਆਪਣੀ ਬਣਾਈ ਜਾ ਰਹੀ ਆ ਉਹ ਤਕਰੀਬਨ ਕਿੱਥੇ ਬਣੇ, ਕਿਸੇ ਵੀ ਪੋਰਟ ਦੇ ਉੱਪਰ ਬਣਨੀ ਚਾਹੀਦੀ ਆ, ਤਾਂ ਜੋ ਉੱਥੋਂ ਉਹਨਾਂ ਨੂੰ ਲੋਡ ਕਰਨੀ ਆਸਾਨ ਹੋ ਜਾਏ ਚੀਜ਼। ਤਾਂ ਕੈਲੀਕਟ, ਗੋਆ, ਦਮਨ ਦੀਵ ਜਾਂ ਫਿਰ ਹੁਗਲੀ, ਤਾਂ ਇਹ ਜਗ੍ਹਾ ਸੀਗੀਆਂ ਜਿਹੜੀਆਂ ਉਹਨਾਂ ਦੀਆਂ ਮੇਨ ਸੀਗੀਆਂ। ਤਾਂ ਇਸ ਤੋਂ ਬਾਅਦ ਤੁਸੀਂ ਬਸ ਇੰਨੇ ਪੁਆਇੰਟ ਪੀਡਰੋ ਅਲਵਰੇਜ਼ ਕੈਬਰੀਅਲ ਦੇ ਧਿਆਨ ਦੇ ਵਿੱਚ ਰੱਖਣੇ ਆ ਵੀ ਇਹਨੇ ਕੋਚੀਨ ਤੇ ਕੈਨੂਰ ਤੇ ਕਬਜ਼ਾ ਕੀਤਾ ਸੀ, ਅਰਬੀਆਂ ਤੇ ਹਮਲਾ ਕਰਕੇ ਉਹਨਾਂ ਨੂੰ ਹਰਾਤਾ ਔਰ 13 ਜਹਾਜ਼ਾਂ ਦੇ ਵਿੜੇ ਇਹ ਨਾਲ ਲੈ ਕੇ ਪਹੁੰਚਿਆ ਸੀ। ਓਕੇ, ਤਾਂ ਇਸ ਤੋਂ ਬਾਅਦ ਦੇਖੋ 1505 ਤੋਂ ਲੈ ਕੇ ਇਹਨੂੰ ਆਪਾਂ ਕਹਾਂਗੇ ਫ੍ਰਾਂਸਿਸਕੋ ਡੀ ਅਲਮੀਡਾ। ਇੰਨਾ ਨਾਮ ਤਾਂ ਤੁਸੀਂ ਯਾਦ ਰੱਖਣ ਦੀ ਲੋੜ ਹੀ ਨਹੀਂ, ਠੀਕ ਆ। ਬਸ ਤੁਸੀਂ ਇਹਦਾ ਨਾਮ ਕੀ ਯਾਦ ਰੱਖਣਾ, ਇਕੱਲਾ ਅਲਮੀਡਾ। ਤਾਂ ਆਹ ਤੁਸੀਂ ਇੰਨਾ ਕੁ ਨਾਮ ਧਿਆਨ ਦੇ ਵਿੱਚ ਰੱਖਿਓ। ਇਹਦਾ ਨਾਮ ਤੁਸੀਂ ਯਾਦ ਰੱਖ ਸਕਦੇ ਹੋ ਕੈਬਰੀਅਲ। ਓਕੇ, ਹਾਂ ਵੀ। ਤਾਂ ਇੰਨਾ ਤੁਹਾਨੂੰ ਕਲੀਅਰ ਹੋ ਗਿਆ। ਤਾਂ ਇਹਦੇ 'ਚ ਆਪਾਂ ਕੀ ਕਹਿਣਾ, ਇਹ ਸੀਗਾ ਫਸਟ ਗਵਰਨਰ ਕਿਹਨਾਂ ਦਾ? ਪੁਰਤਗਾਲੀਆਂ ਦਾ, ਕਿਉਂਕਿ ਹਜੇ ਆਪਾਂ ਪੁਰਤਗਾਲੀਆਂ ਦੀ ਗੱਲ ਕਰ ਰਹੇ ਹਾਂ। ਇਹ ਫਸਟ ਗਵਰਨਰ ਸੀਗਾ ਪੁਰਤਗਾਲੀਆਂ ਦਾ। ਇਹ ਤੋਂ ਪਹਿਲਾਂ ਤਾਂ ਉਹੀ ਆਈ ਜਾਂਦੇ ਸੀ। ਤਾਂ ਇਹਨੇ ਆਪਣੇ ਮਤਲਬ ਕਿ ਕਿਲੇ ਵੀ ਬਣਵਾਏ ਸੀ ਇਹਨੇ, ਜਿਵੇਂ ਕਿ ਅੰਜੀਦੀਵਾ ਦੇ ਵਿੱਚ ਬਣਾਇਆ ਸੀ, ਕੈਨਾਨੌਰ ਦੇ ਵਿੱਚ ਕਿਲਾ ਬਣਵਾਇਆ ਸੀ। ਤਾਂ ਹੁਣ ਇੱਕ ਤੁਸੀਂ ਧਿਆਨ ਦੇ ਵਿੱਚ ਰੱਖਣਾ, ਇੱਕ ਇਹਨੇ ਮਤਲਬ ਯੁੱਧ ਵੀ ਲੜੇ ਸੀ ਇਹਨੇ, ਠੀਕ ਆ। ਜਿਵੇਂ ਕਿ ਬੈਟਲ ਆਫ ਚੋਲ ਦੀ ਹੋਈ ਸੀਗੀ, ਅਰੇਬੀਅਨ ਨੇ ਹਰਾਤਾ ਸੀਗਾ ਅਲਮੀਡਾ ਦੇ ਪੁੱਤਰ ਨੂੰ ਸੀ, ਉਹਦੇ 'ਚ ਇੱਕ ਇਹਦਾ ਪੁੱਤਰ ਮਾਰਿਆ ਗਿਆ ਸੀਗਾ ਜਦੋਂ ਮਤਲਬ ਬੈਟਲ ਆਫ ਦੀਪ ਦੀ ਲੜਾਈ ਹੋਈ ਆ। ਗੁਜਰਾਤ ਤੇ ਇਜਿਪਟ ਦੋਨੇ ਇਕੱਠੇ ਸੀਗੇ ਉਹਦੇ 'ਚ, ਅਤੇ ਇਹ ਹਾਰ ਗਏ ਸੀ। ਨਾਲ ਇਹਦਾ ਪੁੱਤਰ ਸੀ ਜਿਹੜਾ ਉਹ ਅਲਮੀਡਾ ਦਾ ਪੁੱਤਰ ਮਾਰਿਆ ਗਿਆ। ਤਾਂ ਫਿਰ ਇਦੋਂ ਬਾਅਦ 'ਚ ਇਹਨੇ ਕਿਹਾ ਸੀ ਵੀ ਮਤਲਬ ਇਦੋਂ ਬਾਅਦ ਮੈਂ ਹੁਣ ਕਬਜ਼ਾ ਕਰਨਾ ਸਾਰੇ ਸਮੁੰਦਰਾਂ 'ਤੇ, ਤਾਂ ਮੈਂ ਸਮੁੰਦਰਾਂ ਦਾ ਕੀ ਬਣੂੰਗਾ? ਸਵਾਮੀ, ਆਪਦੇ ਆਪ ਨੂੰ ਕਹਾਊਂਗਾ। ਤਾਂ ਹੁਣ ਦੇਖੋ ਆਪਾਂ ਗੱਲ ਕਰਦੇ ਹਾਂ ਵੀ ਇਹਨਾਂ ਨੂੰ ਸੀ ਰੂਟ ਦੀ ਲੋੜ ਕਿਉਂ ਪਈ ਸੀ। ਤਾਂ ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਯੂਰੋਪੀਅਨ ਇਕੋਨਮੀ ਗਰੋ ਕਰ ਰਹੀ ਸੀ ਤੇਜ਼ੀ ਦੇ ਨਾਲ। ਤਾਂ ਲਗਜ਼ਰੀ ਗੁੱਡਸ ਦੀ ਡਿਮਾਂਡ ਸੀ ਜਿਹੜੀ ਉੱਥੇ ਲਗਾਤਾਰ ਵੱਧ ਰਹੀ ਸੀ, ਨਾਲ ਹੀ ਉੱਥੇ ਜਿਹੜੀ ਮਸਾਲਿਆਂ ਦੀ ਡਿਮਾਂਡ ਸੀਗੀ ਉਹ ਵੀ ਵੱਧ ਰਹੀ ਸੀ। ਤਾਂ ਫਿਰ ਇੰਡੀਆ ਦੇ ਵਿੱਚ ਉਹਨਾਂ ਨੂੰ ਆਉਣਾ ਪੈ ਗਿਆ ਇੱਥੇ। ਬਾਕੀ ਉਹਨਾਂ ਦੇ ਸ਼ਿਪ ਬਿਲਡਿੰਗ ਦਾ ਕੰਮ ਵੀ ਚੱਲ ਪਿਆ ਸੀ। ਤਾਂ ਆ ਪੁਰਤਗਾਲੀ ਸੀਗੇ ਜਿਹੜੇ ਫਸਟ ਆਉਣ ਵਾਲੇ ਸੀ। ਬਾਕੀ ਜਿਹੜਾ ਕੁਛ ਮੈਂ ਤੁਹਾਨੂੰ ਦੱਸਿਆ ਉਹ ਸਾਰਾ ਇਹਨਾਂ ਦੇ ਵਿੱਚ ਹੈਗਾ ਗਾ, ਇੱਥੇ ਤੁਸੀਂ ਉਹਨੂੰ ਪੜ੍ਹ ਸਕਦੇ ਹੋ। ਤਾਂ ਦੇਖੋ ਫਸਟ ਗਵਰਨਰ ਆਇਆ ਸੀਗਾ ਜਿਹੜਾ ਪੁਰਤਗਾਲੀਆਂ ਦਾ, ਉਹ ਕਿਹੜਾ ਸੀਗਾ? ਅਲਮੀਡਾ। ਤਾਂ ਹੁਣ ਜਿਹੜੇ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ 1505 ਤੋਂ ਲੈ ਕੇ 1509 ਦੇ ਵਿੱਚ ਆਇਆ ਸੀ। ਤਾਂ ਇੱਕ ਇਹਦੇ ਨਾਮ ਦੇ ਨਾਲ ਜੁੜਦਾ ਬਲੂ ਵਾਟਰ ਪਾਲਿਸੀ। ਤਾਂ ਬਲੂ ਵਾਟਰ ਪਾਲਿਸੀ ਆ ਜਿਹੜੀ, ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਇਹਨੂੰ ਕਾਰਟੇਜ ਸਿਸਟਮ ਵੀ ਕਿਹਾ ਜਾਂਦਾ, ਠੀਕ ਆ। ਤਾਂ ਵੈਸੇ PPT ਦੇ ਵਿੱਚ ਬੱਚੇ ਸਾਰਾ ਕੁਛ ਤਾਂ ਹੈ ਨਹੀਂ ਗਾ ਵੀ ਮਤਲਬ ਕਿ ਤੁਹਾਨੂੰ ਮੈਂ 100% ਇਹਦੇ 'ਚ ਟਾਈਪ ਕਰਕੇ ਦੇਤਾ, ਤਾਂ ਕਰਕੇ ਤੁਹਾਨੂੰ ਜਿਹੜਾ ਕੁਛ ਮੈਂ ਬੋਲਦਾ ਉਹ ਤੁਹਾਨੂੰ ਧਿਆਨ ਦੇ ਨਾਲ ਸੁਣਨਾ ਪੈਣਾ, ਸਮਝਣਾ ਪੈਣਾ। ਓਕੇ, ਤਾਂ ਇਹਨੇ ਇਸ ਤੋਂ ਬਾਅਦ ਚਲਾਈ ਬਲੂ ਵਾਟਰ ਪਾਲਿਸੀ। ਤਾਂ ਹੁਣ ਇਹਨੂੰ ਕੀ ਕਿਹਾ ਜਾਂਦਾ? ਬਲੂ ਵਾਟਰ ਪਾਲਿਸੀ ਨੂੰ ਹੋਰ ਨਾਮ ਵੀ ਆ ਜਾਂਦਾ ਕਾਰਟੇਜ ਸਿਸਟਮ। ਓਕੇ,
ਤਾਂ ਇਹ ਸੀਗਾ ਕਿਉਂਕਿ ਇਹਦਾ ਪੁੱਤਰ ਜਦੋਂ ਹਾਰ ਗਿਆ ਉਹ 'ਚ ਯੁੱਧ 'ਚ ਮਾਰਿਆ ਗਿਆ ਸੀ, ਫਿਰ ਇਹ ਤੋਂ ਬਾਅਦ 'ਚ ਇਹਨੇ ਸੋਚਿਆ ਵੀ ਮਤਲਬ ਕਿ ਮੈਂ ਹੁਣ ਇਹਨਾਂ ਤੋਂ ਬਦਲਾ ਲੈਣਾ ਹੀ ਲੈਣਾ। ਫਿਰ ਇਹ ਤੋਂ ਬਾਅਦ 'ਚ ਇਹਨੇ 1509 ਦੇ ਵਿੱਚ ਦੀਪ ਸੀਗਾ ਜਿਹੜਾ ਕਬਜ਼ਾ ਲਿਆ ਸੀਗਾ, ਅਤੇ ਇਹਨਾਂ ਦੀ ਹਿੰਦ ਮਹਾਸਾਗਰ ਦੇ ਵਿੱਚ ਮੋਨੋਪੋਲੀ ਬਣ ਗਈ ਸੀ। ਬਾਕੀ ਇਹਨੇ ਗੁਜਰਾਤ, ਟਰਕੀ, ਇਜਿਪਟ ਤਿੰਨਾਂ ਦੇ ਇਕੱਠੇ ਬੇੜਿਆਂ ਨੂੰ ਹਰਾਤਾ ਸੀ ਇਹ ਬੰਦੇ ਨੇ। ਤਾਂ ਇਸ ਨੂੰ ਕਿਹਾ ਜਾਂਦਾ ਸੀ ਇਸਤਾਨਦੋ ਦੇ ਇੰਡੀਆ, ਇਹਨੂੰ ਕਿਹਾ ਜਾਂਦਾ ਸੀਗਾ ਇਸਤਾਨਦੋ ਦੇ ਇੰਡੀਆ। ਓਕੇ, ਤਾਂ ਪੁਰਤਗਾਲੀ ਅੰਪਾਇਰ ਨੂੰ ਕਿਹਾ ਜਾਂਦਾ ਵੈਸੇ ਇਹ। ਤਾਂ ਇਹ ਆਪਣੇ ਆਪ ਨੂੰ ਸਾਗਰ ਦੇ ਮਹਾਰਾਜਾ ਫਿਰ ਸਵਾਮੀ ਅਖਵਾਉਂਦਾ ਸੀਗਾ। ਤਾਂ ਬੈਟਲ ਆਫ ਦੀਪ ਇਹਨੇ ਲੜੀ ਸੀਗੀ ਇਜਿਪਟ ਤੇ ਗੁਜਰਾਤ ਦੇ ਬੰਦਿਆਂ ਦੇ ਨਾਲ 1507 ਦੇ ਵਿੱਚ। ਤਾਂ ਅਲਮੀੜਾ ਦੇ ਜਦੋਂ ਪੁੱਤਰ ਮਰ ਗਿਆ, ਇਸ ਤੋਂ ਬਾਅਦ ਇਹਨੇ ਕਿਹਾ ਸੀ ਬਲੂ ਵਾਟਰ ਪਾਲਿਸੀ ਚਲਾਊਂਗਾ, ਮਤਲਬ ਕਿ ਮੈਂ ਆਪਦੇ ਆਪ ਨੂੰ ਉਹ ਕਹਾਊਂਗਾ ਆਪਣਾ ਸਵਾਮੀ। ਓਕੇ, ਤਾਂ ਇਹਦੇ ਬਾਰੇ ਪੁਆਇੰਟ ਤੁਸੀਂ ਬਸ ਇੰਨੇ ਕੁ ਧਿਆਨ ਦੇ ਵਿੱਚ ਰੱਖਣੇ ਸੀਗੇ। ਤਾਂ ਆਹ ਤੁਸੀਂ ਇਹਦੇ ਬਾਰੇ ਪੜ੍ਹ ਵੀ ਸਕਦੇ ਹੋ ਪੁਆਇੰਟ। ਇਸ ਤੋਂ ਬਾਅਦ ਦੇਖੋ ਦੂਸਰਾ ਆਇਆ, ਦੂਸਰਾ ਗਵਰਨਰ ਜਿਹੜਾ ਇਸ ਤੋਂ ਬਾਅਦ ਸੈਕਿੰਡ ਗਵਰਨਰ, ਠੀਕ ਆ, ਕਿਹੜਾ ਆਇਆ ਸੀ ਇੱਥੇ ਐਲ ਸੀਗੀ ਅਲਫੋਂਸੋ। ਓਕੇ, ਅਲਫੋਂਸੋ ਆਇਆ ਸੀਗਾ ਅਲਬੁਕਰਕ। ਤਾਂ ਇਹ 1509 ਤੋਂ ਲੈ ਕੇ 1515 ਤੱਕ ਰਿਹਾ ਸੀਗਾ ਇਹ। ਓਕੇ, ਜਦੋਂ ਸੁਲਤਾਨ ਬੀਜਾਪੁਰ ਦੇ ਸੁਲਤਾਨ ਸੀਗੇ ਜਿਹੜੇ, ਉਹਨਾਂ ਤੋਂ ਉਹਨਾਂ ਦਾ ਮੁੱਖ ਪੋਰਟ ਇਹਨਾਂ ਨੇ ਲੈ ਲਿਆ। ਤਾਂ ਇਹਨਾਂ ਨੇ ਕਿਹਾ ਫਸਟ ਬਿਟ ਆਫ ਇੰਡੀਅਨ ਟੈਰੀਟਰੀ, ਇਹਦੇ 'ਤੇ ਯੂਰੋਪੀਅਨਸ ਦੀ ਪਹਿਲੀ ਬਿਟ ਸਟਾਰਟ ਹੋ ਗਈ ਟੈਰੀਟਰੀ ਦੇ ਉੱਤੇ, ਠੀਕ ਆ। ਤਾਂ ਜਿਹੜਾ ਇਹ ਸੀਗਾ ਇਹਨੇ ਕੀ ਕੰਮ ਕਰੇ ਸੀ, ਇੱਕ ਤਾਂ ਇਹਨੇ ਵਧੀਆ ਕੰਮ ਕੀਤਾ, ਸਤੀ ਬੈਨ ਕਰਤੀ ਸੀ। ਬਾਕੀ ਇਹਨੇ ਸ਼ੁਰੂ ਕੀਤਾ ਸੀ ਵੀ ਇੱਥੇ ਤੁਸੀਂ ਭਾਰਤੀ ਔਰਤਾਂ ਦੇ ਨਾਲ ਵਿਆਹ ਕਰਾ ਕੇ ਇੱਥੇ ਹੀ ਰਹਿ ਸਕਦੇ ਹੋ, ਔਰ ਇਹ ਕਹਿੰਦਾ ਸੀ ਵੀ ਤੁਸੀਂ ਇੱਥੇ ਲੈਂਡਲੋਰਡ ਬਣ ਕੇ ਰਹੋ, ਠੀਕ ਆ। ਤਾਂ ਇਹ ਪਿੰਡਾਂ ਦੇ ਵਿੱਚ ਜ਼ਮੀਨਾਂ ਕਾਫੀ ਰੱਖ ਕੇ ਲੈਂਡਲੋਰਡ ਬਣਦੇ ਸੀ। ਜਦੋਂ ਇਹ ਪਿੰਡਾਂ ਦੇ ਵਿੱਚ ਰਹਿਣ ਲੱਗੇ ਖੁਦ, ਤਾਂ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਪਿੰਡਾਂ ਦੇ ਵਿੱਚ ਸਹੂਲਤਾਂ ਸਾਰੀਆਂ ਚਾਹੀਦੀਆਂ। ਤਾਂ ਇਹਨਾਂ ਨੇ ਰੋਡ ਵੀ ਬਣਵਾਏ, ਸਿੰਚਾਈ ਦੇ ਕੰਮ ਕੀਤੇ, ਤਾਂ ਜੋ ਆਪ ਵੀ ਇਹ ਇੱਥੇ ਸੁੱਖ ਸੁਵਿਧਾਵਾਂ ਦੇ ਨਾਲ ਰਹਿ ਸਕਣ। ਤਾਂ ਇਹ ਤੁਸੀਂ ਇਹਨੂੰ ਕਰ ਸਕਦੇ ਹੋ। ਬਾਕੀ ਗੋਆ ਫਸਟ ਯੂਰੋਪੀਅਨ ਆਕੂਪਾਈ ਰੀਜਨ ਬਣਿਆ ਸੀ, ਉਹ ਵੀ ਇਹਦੇ ਟਾਈਮ ਦੇ ਉੱਤੇ ਬਣਿਆ ਸੀ। ਤਾਂ 1510 ਦੇ ਵਿੱਚ ਇਹਨੇ ਗੋਆ ਸੀਗਾ ਜਿਹੜਾ ਉਹ ਆਦਲ ਸ਼ਾਹ ਤੋਂ ਜਿੱਤ ਲਿਆ ਸੀ, ਜਿਹੜਾ ਸੁਲਤਾਨ ਸੀ ਬੀਜਾਪੁਰ ਦਾ। 1510 ਦੇ ਵਿੱਚ ਇਹਨੇ ਕੀ ਕਰ ਲਿਆ ਸੀਗਾ, ਇੱਧਰੋਂ ਗੋਆ ਵੀ ਜਿੱਤ ਲਿਆ ਸੀ। ਬਾਕੀ ਇਹਨੇ ਕੈਪਚਰ ਕਰ ਲਿਆ ਸੀ ਬਟਕਲ ਸ੍ਰੀ ਕ੍ਰਿਸ਼ਨ ਦੇਵ ਰਾਏ ਤੋਂ 1510 ਦੇ ਵਿੱਚ। ਇਹ ਕਿੱਥੋਂ ਸੀ, ਵਿਜੇਨਗਰ ਅੰਪਾਇਰ ਕੋਲੋਂ। ਤਾਂ ਇਹ ਵੀ ਤੁਸੀਂ ਇਹਦੇ ਬਾਰੇ ਇੰਪੋਰਟੈਂਟ ਪੁਆਇੰਟ ਨੇ ਜਿਹੜੇ ਅਲਫੋਂਸੋ ਦੇ ਬਾਰੇ, ਇਹਨੂੰ ਧਿਆਨ 'ਚ ਰੱਖਣਾ। ਦੂਸਰਾ ਸੀ ਬਾਕੀ ਇਹਨੇ ਇੱਥੇ ਆਪਣੇ ਖੇਤੀ ਸੀਗੀ ਜਿਹੜੀ, ਕਾਫੀ ਚੀਜ਼ਾਂ ਦੀ ਨਵੀਂ ਖੇਤੀ ਇਹ ਲੈ ਕੇ ਆਇਆ ਸੀਗਾ, ਜਿਵੇਂ ਕਿ ਮੈਂਗੋ ਦੀ ਖੇਤੀ ਹੋ ਗਈ ਜਾਂ ਫਿਰ ਤੰਬਾਕੂ ਹੋ ਗਿਆ। ਇਹ ਚੀਜ਼ਾਂ ਸੀਗੀਆਂ ਜਿਹੜੀਆਂ ਇਹ ਲੈ ਕੇ ਆਇਆ ਸੀਗਾ ਆਪਣੇ ਇੰਡੀਆ ਦੇ ਵਿੱਚ। 1510 ਦੇ ਵਿੱਚ ਇਹਨੇ ਬੀਜਾਪੁਰ ਦੇ ਆਦਲ ਸ਼ਾਹ ਸੁਲਤਾਨ 'ਤੇ ਹਮਲਾ ਕਰਕੇ ਉਹ ਤੋਂ ਗਵਾ ਲੈ ਲਿਆ। 11 ਦੇ ਵਿੱਚ ਮਲੱਕਾ 'ਤੇ ਹਮਲਾ ਕੀਤਾ। 1515 ਦੇ ਵਿੱਚ ਹੌਰਮਜ਼ ਪੋਰਟ 'ਤੇ ਕਬਜ਼ਾ ਕੀਤਾ। ਇਹਦੇ ਬਾਰੇ ਪੁਆਇੰਟ ਲਿਖਣੇ ਆ ਤੁਸੀਂ। 1511 ਦੇ ਵਿੱਚ ਇਹਨੇ ਹਮਲਾ ਕੀਤਾ ਮਲੱਕਾ 'ਤੇ। ਫਿਰ ਇਹ ਤੋਂ ਬਾਅਦ 1515 ਦੇ ਵਿੱਚ ਕੀਤਾ ਇਹਨੇ ਹੌਰਮਜ਼ ਤੇ ਪੋਰਟ, ਇਹਦੇ ਕਬਜ਼ਾ ਕੀਤਾ। ਓਕੇ, ਤਾਂ ਇਹ ਤੁਸੀਂ ਚੀਜ਼ਾਂ ਨੇ ਜਿਹੜੀਆਂ ਧਿਆਨ ਦੇ ਵਿੱਚ ਰੱਖਿਓ। ਬਾਕੀ ਇਹਨੇ ਇੰਡੀਆ ਦੇ ਵਿੱਚ ਵਿਆਹ ਵਾਲਾ ਵੀ ਸਿਸਟਮ ਅਤੇ ਇਹਨੇ ਹੀ ਸ਼ੁਰੂ ਕਰਵਾਇਆ ਸੀ ਇੱਥੇ। ਬਾਕੀ 1515 ਦੇ ਵਿੱਚ ਇਹ ਇੰਡੀਆ ਦੇ ਵਿੱਚ ਹੀ ਮਰ ਗਿਆ ਸੀ, ਠੀਕ ਆ, ਡਾਈਡ ਇਨ ਇੰਡੀਆ। ਓਕੇ, ਬਾਕੀ ਇਹਦੇ ਬਾਰੇ ਪੁਆਇੰਟ ਜਿੰਨੇ ਸੀਗੇ ਤੁਸੀਂ ਇਹਨੂੰ ਧਿਆਨ ਦੇ ਵਿੱਚ ਰੱਖਣਾ। ਔਰ ਬਾਕੀ ਹੋਏ ਤਾਂ ਹੋਰ ਵੀ ਸੀ, ਪਰ ਉਹਨਾਂ ਦੇ ਬਾਰੇ ਦੇਖੋ ਤੁਸੀਂ, ਆਪਾਂ ਸਾਰਿਆਂ ਦੇ ਬਾਰੇ ਇੰਨਾ ਨਹੀਂ ਡੈਪਥ ਦੇ ਵਿੱਚ ਜਾਣਾ। ਤਾਂ ਇੱਕ ਤੁਸੀਂ ਇੱਥੇ ਹੋਰ ਧਿਆਨ ਰੱਖਿਓ, ਮੈਂ ਤੁਹਾਨੂੰ ਪੁਆਇੰਟ ਇੱਕ ਹੋਰ ਕਰਵਾਉਣਾ। ਤਾਂ ਤੀਸਰੀ ਵਾਰੀ ਆਇਆ ਵਾਸਕੋ ਡੀ ਗਾਮਾ, ਥਰਡ ਟਾਈਮ ਵਾਸਕੋ ਡੀ ਗਾਮਾ ਦੀ ਐਂਟਰੀ ਹੁੰਦੀ ਆ 5 ਸਤੰਬਰ 1524 ਨੂੰ। ਤਾਂ ਉਦੋਂ ਆਉਂਦਾ ਇਹ ਵਾਇਸਰਾਏ ਬਣ ਕੇ। ਇੱਥੇ ਕੀ ਆਇਆ, ਇਹ ਵਾਇਸਰਾਏ ਬਣ ਕੇ ਆਇਆ ਸੀਗਾ, ਪਰ ਮਾੜੀ ਕਿਸਮਤ ਦਸੰਬਰ 1524 ਨੂੰ ਡਾਈਡ, ਇੰਡੀਆ ਦੇ ਵਿੱਚ ਹੀ ਮਰ ਗਿਆ ਸੀਗਾ। ਔਰ ਜਿਹੜਾ ਇਹਨੂੰ ਦਫਨ ਕੀਤਾ ਗਿਆ ਸੀ ਉਹ ਕੀਤਾ ਗਿਆ ਸੀਗਾ ਫੋਰਟ ਆਫ ਕੋਚੀਨ। ਇਹਨੂੰ ਦਫਨ ਕੀਤਾ ਗਿਆ ਫੋਰਟ ਆਫ ਕੋਚੀਨ ਦੇ ਵਿੱਚ। ਤਾਂ ਵਾਸਕੋ ਡੀ ਗਾਮਾ ਤੀਸਰੀ ਵਾਰੀ 1524 ਦੇ ਵਿੱਚ ਆਇਆ, ਦੈਨ ਇੰਡੀਆ ਦੇ ਵਿੱਚ ਹੀ ਮਰ ਗਿਆ ਸੀਗਾ। ਤਾਂ ਇਸ ਤੋਂ ਬਾਅਦ ਜਿਹੜਾ ਤੀਸਰਾ ਗਵਰਨਰ ਆਪਣਾ ਆਇਆ, ਓਕੇ, ਬਾਕੀ ਆਹ ਪੁਆਇੰਟ ਸੀਗੇ ਜਿਹੜੇ ਹੁਣ ਆਪਾਂ ਤੀਸਰੇ ਇਹਦੇ ਕਰਨੇ ਆ। ਨੀਨੋ ਦੇ ਬਾਰੇ। ਤਾਂ ਇਹ 1529 ਤੋਂ ਲੈ ਕੇ 38 ਤੱਕ ਰਿਹਾ ਸੀਗਾ, ਤੀਸਰਾ ਗਵਰਨਰ ਸੀਗਾ। ਬਾਕੀ ਇਹਨਾਂ ਦੇ ਬਾਰੇ 1 ਸਾਲ ਤੋਂ ਬਾਅਦ ਜਦੋਂ ਇਹ 1529 ਦੇ ਵਿੱਚ ਬਣ ਗਿਆ, ਨਵੰਬਰ ਦੇ ਵਿੱਚ ਹੀ ਬਣਿਆ ਸੀ ਵੈਸੇ ਤਾਂ ਇਹ, ਜਮਾ ਲਾਸਟ 'ਤੇ ਆ ਕੇ ਬਣਿਆ ਸੀ। ਨਵੰਬਰ 1529 ਤੋਂ ਸਟਾਰਟ ਹੋ ਗਿਆ ਇਹਦਾ ਕੰਮ, 30 ਤੋਂ ਮੰਨੋ। ਤਾਂ ਇਹਨੇ ਆਉਂਦੇ ਹੀ ਕੀ ਕਰਤਾ,
कैपीटल शिफ्ट की पहला तो इन्हें कित्थे शिफ्ट की गोवा 1530 ਦੇ ਵਿੱਚ ਆਉਂਦੀ ਇਹਨੇ ਕੀ ਕਰਤੀ कैपीटल शिफ्ट करती ਕੋਚੀਨ टू गोवा तो इन्हें ਦਿਊ ਤੇ ਬਾਕੀ ਅਬਸੀਨ ਸੀਗਾ ਜਿਹੜਾ ਬਹਾਦਰ ਸ਼ਾਹ ਆਫ ਗੁਜਰਾਤ ਤੋਂ ਇਹ ਵੀ ਇਹਨੇ ਕੈਪਚਰ ਕਰ ਲਿਆ ਸੀਗਾ। ਬਾਕੀ ਇਹਨੇ ਸੈਟਲਮੈਂਟ ਇੱਧਰ ਵੀ ਕੀਤੇ ਕਾਫੀ ਬੰਗਾਲ ਵਾਲੀ ਸਾਈਡ ਤੇ ਈਸਟ ਵਾਲੀ ਸਾਈਡ ਤੇ ਆਪਦਾ ਕੰਟਰੋਲ ਸੀਗਾ ਜਿਹੜਾ ਵਧਾਉਣਾ ਸਟਾਰਟ ਕੀਤਾ। ਤਾਂ 1534 ਦੇ ਵਿੱਚ ਇੱਕ ਅਬਸ਼ੀਨ ਨਾਂ ਦੀ ਟ੍ਰੀਟੀ ਆ ਜਿਹੜੀ ਇਹਨੇ ਸਾਈਨ ਕੀਤੀ ਸੀਗੀ। ਓਕੇ ਤਾਂ ਇਹਨੇ ਕਿਹਾ ਸੀਗਾ ਔਨ ਦ ਬੇਸਿਸ ਆਫ ਦਾ ਟ੍ਰੀਟੀ ਬਹਾਦਰ ਸ਼ਾਹ ਗੇਵ ਸੀਨ ਟੂ ਦਾ ਪੁਰਤਗਾਲ ਮਤਲਬ ਪੁਰਤਗੀਜ਼ ਨੂੰ ਇਹ ਜਿਹੜਾ ਸੀਗਾ ਸੌਂਪਣਾ ਸੀਗਾ ਇਹਨਾਂ ਨੇ ਇਹ ਵਾਲਾ ਆਈਲੈਂਡ ਸੀਗਾ ਜਿਹੜਾ। ਓਕੇ ਤਾਂ ਇਹ ਚੀਜ਼ ਸੀਗੀ ਜਿਹੜੀ ਇਹਦੇ ਬਾਰੇ ਤੁਸੀਂ ਬਾਕੀ ਇੰਨੇ ਪੁਆਇੰਟ ਤਾਂ ਆਪਾਂ ਨਹੀਂ ਰੱਖਣੇ ਧਿਆਨ ਦੇ ਵਿੱਚ। ਬਾਕੀ ਜਦੋਂ ਇਹ ਭਾਰਤ ਦੇ ਵਿੱਚ ਆਇਆ ਸੀ ਉਦੋਂ ਮੁਗਲ ਬਾਦਸ਼ਾਹ ਸੀਗਾ ਬਾਬਰ ਪਰ 1530 ਦੇ ਵਿੱਚ ਹੁਮਾਯੂ ਆ ਗਿਆ ਸੀ। ਹੁਮਾਯੂ ਤੇ ਗੁਜਰਾਤ ਦੇ ਸੁਲਤਾਨਾਂ ਦੇ ਵਿਚਾਲੇ ਅਣਬਣ ਹੋ ਗਈ ਤਾਂ ਇਹਦਾ ਫਾਇਦਾ ਲੈ ਲਿਆ ਸੀਗਾ ਨੀਨੋ ਨੇ। ਤਾਂ ਉਹਨਾਂ ਦੋਨਾਂ ਦੇ ਵਿਚਾਲੇ ਜਦੋਂ ਫਿਰ ਹੁਮਾਯੂ ਤੇ ਗੁਜਰਾਤ ਵਾਲੇ ਦੇ ਵਿਚਾਲੇ ਅਣਬਣ ਹੋ ਗਈ ਉਹਦਾ ਪੂਰਾ ਫਾਇਦਾ ਲਿਆ ਸੀਗਾ ਇਸ ਬੰਦੇ ਨੇ। ਤਾਂ 1534 ਦੇ ਵਿੱਚ ਇਹਨੇ ਇਹਦੇ 'ਤੇ ਮਤਲਬ ਕਿ ਕਬਜ਼ਾ ਕਰ ਹੀ ਲਿਆ ਸੀਗਾ। 1534 ਦੇ ਵਿੱਚ ਵਸੀਨ ਜਗ੍ਹਾ 'ਤੇ ਗੁਜਰਾਤ ਦੇ ਬਹਾਦਰ ਸ਼ਾਹ ਦੀ ਅਣਬਣ ਹੋਈ ਤਾਂ ਇਹਦੀ ਹੈਲਪ ਕਰਤੀ ਇਹਨੇ। ਇਸ ਤੋਂ ਬਾਅਦ ਇਹਨਾਂ ਨੇ ਟ੍ਰੀਟੀ ਕੀਤੀ। ਟ੍ਰੀਟੀ ਤੋਂ ਬਾਅਦ ਕਹਿਤਾ ਵੀ ਤੂੰ ਇਹ ਜਿਹੜਾ ਵਸੀਨ ਆ ਇਹ ਮੈਨੂੰ ਦੇ ਦੀ ਤਾਂ ਇਹਨੂੰ ਮਿਲ ਗਿਆ। 1535 ਦੇ ਵਿੱਚ ਇਹਨੇ ਦੀਪ 'ਤੇ ਵੀ ਕਬਜ਼ਾ ਕਰ ਲਿਆ। 1536 ਦੇ ਵਿੱਚ ਹੁਮਾਯੂ ਨੂੰ ਗੁਜਰਾਤ ਦੇ ਵਿੱਚੋਂ ਕੱਢਤਾ ਜਾਂ ਫਿਰ ਉਹ ਚਲਾ ਗਿਆ। ਇਸ ਤੋਂ ਬਾਅਦ ਇਹ ਸੀਗਾ ਅੱਜ ਦੇ ਆਪਣੇ ਇੰਪੋਰਟੈਂਟ ਫੈਕਟ ਆਪਾਂ ਜਿੰਨੇ ਹੋ ਗਏ ਆਪਾਂ ਅੱਜ ਕੀਤੇ ਨੇ। ਬਾਕੀ ਇਸ ਤੋਂ ਬਾਅਦ ਜਿਹੜੇ ਅਗਲੇ ਆਏ ਨੇ ਆਪਾਂ ਉਹਨਾਂ ਦੇ ਬਾਰੇ ਵੀ ਦੇਖਾਂਗੇ। ਤਾਂ ਬਾਕੀ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਕੰਟੈਂਟ ਪਸੰਦ ਆ ਰਿਹਾ ਦੈਨ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ। ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਵੀ ਆਪਣੇ ਐਗਜ਼ਾਮ ਜਲਦੀ ਤੋਂ ਜਲਦੀ ਕਲੀਅਰ ਕਰ ਸਕੋ। ਈਵਨ ਕੋਈ ਵੀ ਆ PPSC UPSC SSC ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤੁਹਾਨੂੰ ਹਰ ਲੈਵਲ ਦੀ ਸਟੱਡੀ ਇਹਦੇ 'ਚ ਮਿਲੂਗੀ ਕਿਉਂਕਿ ਵਨ ਲਾਈਨਰ ਤਾਂ ਤੁਹਾਨੂੰ ਆਮ ਵੀਡੀਓ ਦੇ ਵਿੱਚ ਵਨ ਲਾਈਨਰ ਦੇ ਰੂਪ ਦੇ ਵਿੱਚ ਬੋਰਡ ਕੇ ਕਿੰਨੇ ਵਾਰ ਦੱਸੇ ਜਾਂਦੇ ਆ। ਤਾਂ ਜਿਵੇਂ ਕਿ ਉਹਦੇ 'ਚ ਸੀਗਾ ਪੋਵਰਟੀ ਐਂਡ ਅਨਬ੍ਰਿਟਸ ਰੂਲ ਇਨ ਇੰਡੀਆ ਮੈਂ ਇਹ ਬੁੱਕ ਸੀ ਤੁਹਾਨੂੰ ਕਿੰਨੇ ਵਾਰ ਕਿੰਨੀਆਂ ਕਲਾਸਾਂ ਦੇ ਵਿੱਚ ਦੱਸੀ ਹੋਈ ਆ ਬਟ ਇਹ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਸੀਗਾ। ਔਰ ਇਸ ਤੋਂ ਬਿਨਾਂ ਵੀ ਹੋਰ ਤੁਹਾਨੂੰ ਕਿੰਨੇ ਪੁਆਇੰਟ ਸੀਗੇ ਜਿਹੜੇ ਹੁਣ ਕੁਐਸਚਨ ਵੈਸੇ ਓਰਲੀ ਤਾਂ ਮੈਨੂੰ ਨਹੀਂ ਯਾਦ ਆ ਰਹੇ ਸਾਰੇ। ਤੁਹਾਨੂੰ ਸਭ ਤੋਂ ਵੱਧ ਕੁਐਸਚਨ ਆਪਾਂ ਕਿੰਨੇ ਵਾਰੀ ਉਹ ਡਿਸਕਸ ਕੀਤੇ ਨੇ ਕਲਾਸ ਦੇ ਵਿੱਚ ਐਜ਼ ਹੀ ਜਿਵੇਂ ਕਿ ਹੁਣ ਹਿਸਟਰੀ ਦੀ ਕਲਾਸ ਚੱਲਦੀ ਹੈ ਇਹਦੇ ਵਿੱਚ ਇੱਕ ਅੱਧਾ ਜਿਓਗ੍ਰਾਫੀ ਦਾ ਪੁਆਇੰਟ ਵੈਸੇ ਹੀ ਐਡ ਕਰ ਦਈਏ ਆਪਾਂ ਤਾਂ ਉਵੇਂ ਐਡ ਕਰਕੇ ਇਹ ਤਾਂ ਸਪੈਸ਼ਲ ਕਲਾਸ ਦੇ ਵਿੱਚ ਤਾਂ ਚਲੋ ਆਪਣੀ ਉਹ ਚੀਜ਼ ਚੱਲਣੀ ਆ ਬਟ ਉਹ ਤੋਂ ਬਿਨਾਂ ਐਕਸਟਰਾ ਤੌਰ 'ਤੇ ਵੀ ਤੁਹਾਨੂੰ ਸਾਰੇ ਪੁਆਇੰਟ ਡਿਸਕਸ ਕੀਤੇ ਹੋਏ ਆ ਤੁਹਾਡੇ ਨਾਲ ਤਾਂ ਤੁਸੀਂ ਉਹਨਾਂ ਨੂੰ ਵੀ ਚੈੱਕ ਕਰ ਸਕਦੇ ਹੋ। ਤੁਹਾਨੂੰ ਆਟੋਮੈਟਿਕਲੀ ਪਤਾ ਚੱਲ ਜਾਏਗਾ ਵੀ ਹਾਂ ਆਪਾਂ ਤੁਹਾਨੂੰ ਕਿਹੋ ਜਿਹਾ ਕੰਟੈਂਟ ਪ੍ਰੋਵਾਈਡ ਕਰਵਾ ਰਹੇ ਹਾਂ। ਅਗਰ ਅੱਜ ਦੀ ਵੀਡੀਓ ਪਸੰਦ ਆਈ ਦੈਨ ਹਿੱਟ ਦਾ ਲਾਈਕ ਬਟਨ ਐਂਡ ਪਲੀਜ਼ ਡੋਂਟ ਫੋਰਗੇਟ ਸਬਸਕ੍ਰਾਈਬ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ।